सिमरो अंगद दुख निकंदन गुरु अमरदास हृदय नित त्याऊं हृदय नित त्याऊं। श्री गुरु रामदास गुण गाओ गुरु अर्जन विघ्नन के नाशक विघ्नन के नाशक। श्री हरि गोबिंद सुमत प्रकाशक। श्री हरि राय नमो कर जोरी नमो कर जोरी। श्री हरि कृष्ण मनाऊं बहोरी। गुरु तेग बहादुर परम कृपाला परम कृपाला। श्री गुरु गोबिंद सिंह बिसाला तारो तरा पर पुन पुन सीसा पुन पुन सीसा। बंदो बार बार जगदीसा। एक ओंकार सतगुरु प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। दोहरा चुप होए सब गुर कहे लड़के गुर बख्श सिंह। तू क्यों बोलत न हबे कहन होग मम सिंह। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका पिछले पहरां दे दीवान सजाते हुए आप जी गुरु चरणों विखे हाजरियां लवा रहे हो। ਆਪਾਂ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ। ਜਦੋਂ ਇੱਕ ਦਿਨ ਸਤਿਗੁਰਾਂ ਨੇ ਕਵੀਆਂ ਨੂੰ ਸੱਦਿਆ ਤੇ ਹੁਕਮ ਕੀਤਾ ਕੋਈ ਗੱਲਬਾਤ ਚਲਾਓ। ਤੇ ਗੱਲਬਾਤ ਚਲਾਉਂਦਿਆਂ ਹੋਇਆਂ ਉਹਨਾਂ ਨੇ 7-8 ਪ੍ਰਸ਼ਨ ਜਿਹੜੇ ਹਨ ਕੀਤੇ ਹਨ। ਬਈ ਇਹ ਮਨੁੱਖ ਨੂੰ ਸੁਪਨਾ ਕਿਵੇਂ ਆਉਂਦਾ ਹੈ ਔਰ ਜਦੋਂ ਬਾਥਰੂਮ ਆਦਿ ਜਾਂਦਾ ਤੇ ਲੋਕ ਥੁੱਕਦੇ ਕਿਉਂ ਹੈ, ਅੱਗੋਂ ਆਟਾ ਤੋੜ ਕੇ ਪਿੱਛੇ ਕਿਉਂ ਲਾਉਂਦੀਆਂ ਬੀਬੀਆਂ, ਗੋਡੇ ਉੱਤੇ ਜਿਹੜਾ ਹੈ ਪੈਰ ਜਾਂ ਪੱਗ ਕਿਉਂ ਰੱਖਦੇ ਹਨ ਲੋਕ। ਇਹ ਕਈ ਸਵਾਲ ਸਤਿਗੁਰਾਂ ਦੇ ਸਾਹਮਣੇ ਰੱਖੇ ਗਏ ਤੇ ਸਤਿਗੁਰੂ ਕਹਿਣ ਲੱਗੇ ਕਵੀਆਂ ਨੂੰ ਹੁਣ ਤੁਸੀਂ ਇਹਦੇ ਜਵਾਬ ਦਿਓ। ਤੇ ਕੱਲ੍ਹ ਜਿਹੜੇ ਆਪਾਂ ਜਵਾਬ ਸੁਣੇ ਉਹ ਸਾਰੇ ਅਲੱਗ-ਅਲੱਗ ਕਵੀਆਂ ਨੇ ਦਿੱਤੇ। ਜਿਵੇਂ ਇੱਕ ਸਵਾਲ ਦਾ ਜਵਾਬ ਜਿਹੜਾ ਸੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰਿਓ ਕੁਬਰੇਸ਼ ਭਾਵ ਜੋ ਕੇਸੋ ਦਾਸ ਕੁਬਰੇਸ਼ ਦਾ ਪੁੱਤਰ ਸੀ, ਕੁਬਰੇਸ਼ ਨੇ ਦੇਣੇ ਕੀਤੇ ਔਰ ਉਸ ਤੋਂ ਬਾਅਦ ਫਿਰ ਬੱਲਭ ਗੁਣੀਆ ਸੁਖੀਆ ਗੁਰਦਾਸ ਇਹ ਕਵੀ ਹੈ। ਇਹ ਉਹ ਕਵੀ ਹੈ ਸ਼ਾਇਦ ਜਿਸ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਲਿਖੀ ਆ। ਦੂਸਰੇ ਭਾਈ ਗੁਰਦਾਸ ਜੀ ਵਹ ਪ੍ਰਗਟਿਓ ਮਰਦੇ ਅਗਾਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ 41 ਵਾਰਾਂ ਭਾਈ ਗੁਰਦਾਸ ਦੀ ਪੋਥੀ ਵਿੱਚ ਹਨ। 40 ਵਾਰਾਂ ਪਹਿਲੇ ਭਾਈ ਗੁਰਦਾਸ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਨੇ ਲਿਖੀਆਂ ਔਰ ਇਹ ਕਵੀ ਹੈ ਗੁਰਦਾਸ ਜੋ 10ਵੇਂ ਪਾਤਸ਼ਾਹ ਜੀ ਦੇ ਸਮੇਂ 'ਚ ਹੋਇਆ। ਇਹਨੇ ਇੱਕ ਵਾਰ ਲਿਖੀ, 10 ਗੁਰੂਆਂ ਦੇ ਸੰਬੰਧ ਵਿੱਚ ਹੀ ਲਿਖੀ ਹੈ। 10ਵੇਂ ਪਾਤਸ਼ਾਹ ਜੀ ਦੀ ਮਹਿਮਾ ਬਹੁਤੀ ਕੀਤੀ ਆ, 9 ਗੁਰੂਆਂ ਦੀ ਸੰਖੇਪ ਮਾਤਰ ਕੀਤੀ ਆ। ਇਸ ਤਰ੍ਹਾਂ ਇਸ ਗੁਰਦਾਸ ਨੇ ਵੀ ਕੁਝ ਬਚਨ ਕੀਤੇ ਹਨ। ਸੈਨਾਪਤੀ ਕਵੀ ਵੀ ਕੁਝ ਕਹਿੰਦਾ ਹੈ। ਸੁੱਖਾ ਸਿੰਘ ਵੀ ਦੱਸਦਾ ਵੀ ਜਿਹੜਾ
ਕਮਾਨ ਹੈ ਉਹਦੀ ਤਾਰ ਨੂੰ ਤੰਦੀ ਨੂੰ ਖਿੱਚ ਕੇ ਟਨਕਾਰ ਕਿਉਂ ਕਰਦੇ ਆ। ਕਲੂਏ ਨਾਮ ਦੇ ਕਵੀ ਨੇ ਦੱਸਿਆ ਸੀ ਕਿ ਤੁਰਕਾਂ ਦੇ ਰਾਜ ਵਿੱਚ ਜਿਹੜੀ ਜਗਤ ਜੂਠ ਤੰਬਾਕੂ ਹੈ ਇਹ ਕਿਵੇਂ ਆਈ। ਔਰ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਅੱਗੇ ਹੋਰ ਕਵੀਆਂ ਨੇ ਵੀ ਆਪੋ ਆਪਣੇ ਜਵਾਬ ਦਿੱਤੇ ਤੇ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਨੰਨ ਪਿਆਰੇ ਸਿੱਖ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਬਖਸ਼ ਸਿੰਘ ਜੀ ਰਾਮ ਕੋਇਰ ਜੋ ਬਾਬਾ ਬੁੱਢਾ ਜੀ ਦੀ ਵੰਸ਼ ਦੇ ਬੱਚੇ ਹਨ, ਜਿਨ੍ਹਾਂ ਨੇ 2 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਸੀ, ਇਹ ਵੀ ਵਿੱਚ ਬੈਠੇ ਹਨ। ਕਹਿਣ ਲੱਗੇ ਗੁਰਬਖਸ਼ ਸਿੰਘਿਆ ਪੁੱਤਰਾ ਤੂੰ ਕਿਉਂ ਨਹੀਂ ਬੋਲਦਾ, ਤੂੰ ਵੀ ਕੋਈ ਜਵਾਬ ਦੇ। ਆਉਣ ਵਾਲੇ ਸਮੇਂ ਵਿੱਚ ਤੂੰ ਵੀ ਕਥਾ ਕਰਨੀ ਆ। ਤਾਂ ਮਾਨੋ 10ਵੇਂ ਪਾਤਸ਼ਾਹ ਜੀ ਨੇ ਇਹਨੂੰ ਬਖਸ਼ਿਸ਼ ਕਰ ਦਿੱਤੀ ਹੈ। ਆ ਸਾਰਾ ਇਤਿਹਾਸ ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਰਾਮ ਕੋਇਰ ਜੀ ਨੇ ਮੂੰਹ ਜ਼ਬਾਨੀ ਲਿਖਾਉਣਾ ਕੀਤਾ, ਭਾਵ ਗੁਰੂ ਨੇ ਕਿਰਪਾ ਕੀਤੀ ਤੇ ਇਹਨਾਂ ਦੀ ਅੰਦਰੋਂ ਕਥਾ ਚੱਲੀ। ਤਾਂ ਭਾਈ ਰਾਮ ਕੋਇਰ ਗੁਰਬਖਸ਼ ਸਿੰਘ ਜੀ ਜਵਾਬ ਕੀ ਦਿੰਦੇ ਹਨ ਤੇ ਫਿਰ ਇਹਨਾਂ ਹੀ ਪ੍ਰਸ਼ਨਾਂ ਦਾ ਉੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਹਨ। ਅਸਲ ਵਿੱਚ ਕੀ ਕਾਰਨ ਹੈ। ਪਿਛਲੇ ਕਵੀਆਂ ਨੇ ਉਹ ਗੱਲਾਂ ਦੱਸੀਆਂ ਜੋ ਲੋਕਾਂ ਵਿੱਚ ਪ੍ਰਚਲਿਤ ਸਨ, ਪਰ ਗੁਰੂ ਸਾਹਿਬ ਜੀ ਇਸ ਦਾ ਅੱਗੇ ਕੀ ਜਵਾਬ ਦਿੰਦੇ ਹਨ ਇਹ ਆਪਾਂ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚੁੱਪ ਹੋਈ ਸਭ ਗੁਰ ਕਹੈ ਲੜਕੀ ਗੁਰਬਖਸ਼ ਸਿੰਘ। ਜਿਸ ਵੇਲੇ ਸਾਰੇ ਕਵੀ ਆਪੋ ਆਪਣੇ ਆਪ ਹੀ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ, ਆਪੋ ਆਪਣੀ ਮਤ ਮੁਤਾਬਕ ਜਦੋਂ ਇਹਨਾਂ 7-8 ਸਵਾਲਾਂ ਦੇ ਜਵਾਬ ਇਹਨਾਂ ਕਵੀਆਂ ਨੇ ਦਿੱਤੇ ਤੇ ਪਾਤਸ਼ਾਹ ਭਾਈ ਗੁਰਬਖਸ਼ ਸਿੰਘ ਨੂੰ ਕਹਿਣ ਲੱਗੇ ਜੀ ਤੂੰ ਕਿਉਂ ਬੋਲਤ ਨਾ ਬੈ ਕਹਿਨ ਹੋਗ ਮਮ ਸਿੰਘ। ਔਰ ਪੁੱਛਣ ਲੱਗੇ ਸਿੰਘਾ ਤੂੰ ਕਿਉਂ ਨਹੀਂ ਬੋਲਦਾ, ਤੂੰ ਵੀ ਤਾਂ ਮੇਰਾ ਸਿੰਘ ਹੈ, ਤੂੰ ਵੀ ਕੁਝ ਜਵਾਬ ਦੇ। ਤਬ ਮੈਂ ਬੋਲਿਓ ਸਮਝ ਕੇ ਮਨ ਪਰਚਾ ਤੁਮ ਚਰਨ। ਤੋ ਇੱਥੇ ਜਿਹੜਾ ਮੈਂ ਸ਼ਬਦ ਆਇਆ ਇਹਦਾ ਮਤਲਬ ਜੋ ਲਿਖਤ ਕਰ ਰਹੇ ਆ ਜਦੋਂ ਆਪ ਦੀ ਗੱਲ ਕਰਦਾ ਉਦੋਂ ਵਿੱਚ ਮੈਂ ਪਾਉਂਦਾ ਕੋਈ ਸਤਨਾਮ ਸੀ। ਤਾਂ ਜਿਹੜਾ ਸਾਨੂੰ ਕਥਾ ਸੁਣਾ ਰਿਹਾ ਜਦੋਂ ਕੋਈ ਆਪ ਦੀ ਗੱਲ ਕਰਦਾ ਨਾ ਤੇ ਉਹ ਉੱਥੇ ਫਿਰ ਆਪਣੇ ਵੱਲੋਂ ਸੰਬੋਧਨ ਕਰਨ ਵਾਸਤੇ ਕਹਿੰਦਾ ਕਿ ਮੈਂ ਫਿਰ ਇੰਜ ਕੀਤਾ। ਭਾਈ ਗੁਰਬਖਸ਼ ਸਿੰਘ ਜੀ ਉਹੀ ਹੈ ਰਾਮ ਕੋਇਰ ਜੀ ਜਿਨ੍ਹਾਂ ਨੇ ਸਾਰਾ ਇਤਿਹਾਸ ਲਿਖਾਇਆ। ਕਹਿਣ ਲੱਗੇ ਤਾਂ ਮੈਂ ਬੋਲਿਆ ਸੋਚ ਕੇ ਮਹਾਰਾਜ ਸਾਡਾ ਤਾਂ ਮਨ ਤੁਹਾਡੇ ਚਰਨਾਂ ਵਿੱਚ ਪਰਚਿਆ ਹੋਇਆ ਹੈ। ਜਾਣਤੀ ਕੀ ਕਿਆ ਬਸ ਸਹੀ ਕਰਤਾ ਤੁਮਰੀ ਸ਼ਰਨ। ਤੁਸੀਂ ਕਰਤੇ ਹੋ, ਤੁਸੀਂ ਸਭ ਜਾਣਦੇ ਹੋ, ਅਸੀਂ ਤਾਂ ਬਾਝੇ ਹਾਂ। ਜਿਵੇਂ ਕੋਈ ਸੁੱਚ ਨੱਪੀ ਜਾਂਦਾ ਅਸੀਂ ਬੋਲੀ ਜਾਂਦੇ ਹਾਂ। ਜੰਤ ਵਜਾਵੇ ਆਪੇ, ਜੰਤੀ ਭਾਵ ਵਾਜਾ ਵਜਾਉਣ ਵਾਲਾ ਰਾਗੀ ਤੇ ਜੰਤ ਹੁੰਦਾ ਵਾਜਾ ਭਾਵ ਸਾਜ਼। ਤੰਤੀ ਸਾਜ਼ ਜੰਤੀ ਸਾਜ਼ ਇਸ ਤਰ੍ਹਾਂ ਤੰਤੀ ਸਾਜ਼ ਤਾਰ ਵਾਲੇ ਤੇ ਜੰਤੀ ਸਾਜ਼ ਹਵਾ ਵਾਲੇ ਵਾਜਾ ਆਦਿ। ਤਾਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਆ ਮਹਾਰਾਜ ਅਸੀਂ ਤਾਂ ਤੁਹਾਡੇ ਚਰਨਾਂ ਨਾਲ ਜੁੜੇ ਹੋਏ ਹਾਂ, ਅਸੀਂ ਕੀ ਬੋਲ ਸਕਦੇ ਹਾਂ। ਜਿਵੇਂ ਤੁਸੀਂ ਬੁਲਾਉਂਦੇ ਹੋ ਉਵੇਂ ਬੋਲਦੇ ਹਾਂ। 8 ਪਹਿਰ ਕੀ ਚੇਸਟਾ ਬੈਠ ਸਮਰਪਿਓ ਧਿਆਨ। ਅਸੀਂ ਤਾਂ ਇੱਕੋ ਹੀ ਇੱਛਾ ਰੱਖੀ ਹੈ 8 ਪਹਿਰ ਕਿ ਸਾਡਾ ਧਿਆਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਜੀ। ਨਾਥ ਹਮਾਰੀ ਕਬ ਕਰ ਤੁਮਰੇ ਹਮਰਾ ਗਿਆਨ। ਔਰ ਮਹਾਰਾਜ ਸਾਡੀ ਨਾਥਤਾ ਤੁਹਾਡੇ ਹੱਥ ਵਿੱਚ ਹੈ। ਨਾਥ ਹਮਾਰੀ ਕਥ ਕਰ ਤੁਮਰੇ ਹਮਰਾ ਗਿਆਨ। ਸਾਡਾ ਬੋਲਣਾ ਤੁਹਾਡੇ ਹੱਥ ਵਿੱਚ ਹੈ। ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਜਹ ਭੇਜੇ ਤਹ ਜਾਵਾਂ। ਸਭ ਨਗਰੀ ਮਹਿ ਏਕੋ ਰਾਜਾ, ਸਭੈ ਪਵਿੱਤ ਹੈ ਥਾਵਾਂ। ਇਸ ਕਰਕੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮਹਾਰਾਜ
ਜਿਵੇਂ ਤੁਸੀਂ ਬੁਲਾਉਂਦੇ ਹੋ ਅਸੀਂ ਤਾਂ ਉਵੇਂ ਬੋਲ ਪੈਂਦੇ ਹਾਂ। ਸੁਨ ਸਾਹਿਬ ਸਿੰਘ ਸੁਨ ਹਸੇ ਤਬ ਹੋਂ ਕਹਿ ਕਰ ਜੋਰ। ਤਾਂ ਇਹ ਗੱਲ ਸੁਣ ਕੇ ਸਾਹਿਬ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਗੱਲ ਸੁਣੀ। ਗੁਰੂ ਗੋਬਿੰਦ ਸਿੰਘ ਜੀ ਵੀ ਹੱਸ ਪਏ ਤੇ ਜਿਹੜੇ ਸਿੰਘ ਬੈਠੇ ਸਨ ਆਸੇ ਪਾਸੇ ਉਹ ਵੀ ਹੱਸ ਪਏ ਜੀ। ਸਭ ਕੋ ਉੱਤਰ ਆਪ ਹੀ ਕਹੀਏ ਸੰਗਤ ਤੋਰ। ਮਹਾਰਾਜ ਅਸੀਂ ਤੁਹਾਡੀ ਸੰਗਤ ਹਾਂ ਸਾਰੇ, ਇਹਨਾਂ ਪ੍ਰਸ਼ਨਾਂ ਦਾ ਜਵਾਬ ਸਾਨੂੰ ਨਹੀਂ ਆਉਂਦਾ। ਠੀਕ ਹੈ, ਕਵੀਆਂ ਨੇ ਜਿਵੇਂ ਪ੍ਰਚਲਿਤ ਗੱਲਾਂ ਸੀਗੀਆਂ ਉਵੇਂ ਦੱਸ ਦਿੱਤੀਆਂ। ਇਹ ਹੁਣ ਤੁਸੀਂ ਦੱਸੋ ਵੀ ਇਹਨਾਂ ਦੇ ਕੀ ਜਵਾਬ ਹਨ। ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਨ ਭ੍ਰਮ ਜੀਵ। ਪਹਿਲਾ ਸਵਾਲ ਸੀ ਸੁਪਨਾ ਕਿਉਂ ਆਉਂਦਾ ਹੈ, ਤਾਂ ਹੁਣ ਪਿੱਛੇ ਉਹਨਾਂ ਨੇ ਜਵਾਬ ਦਿੱਤਾ ਕਿ ਬੰਦਾ ਪ੍ਰਸ਼ਾਦੇ ਛਕ ਲੈਂਦਾ ਹੈ, ਨਾੜਾਂ ਦੇ ਵਿੱਚ ਹਵਾ ਬੰਦ ਹੋ ਜਾਂਦੀ ਹੈ, ਫਿਰ ਜਿਹੜਾ ਹੈ ਮਨ ਜਿਹੜਾ ਹੈ ਸੁਪਨੇ ਵਿੱਚ ਚਲਿਆ ਜਾਂਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਨ ਭਰਮ ਜੀਵ। ਇਹ ਸੁਪਨਾ ਕੀ ਹੈ? ਸਾਡਾ ਜੀਵ ਆਤਮਾ ਜਿਹੜਾ ਹੈ ਕਈ ਜਨਮਾਂ ਤੋਂ ਜੋਨੀਆਂ ਵਿੱਚ ਭਟਕਦਾ ਆ ਰਿਹਾ ਹੈ ਜੀ। ਇੰਦਰਾ ਬਸ ਇਕਾਂਤ ਚਿਤ ਲਖੇ ਭ੍ਰਮੇ ਸੁਪਨੀਵ। ਜਦੋਂ ਸਾਡਾ ਇਹ ਜੀਵ ਆਤਮਾ ਸਾਡਾ ਮਨ ਇਹ ਵੇਖਦਾ ਹੈ ਕਿ ਹੁਣ ਇਹ ਸਰੀਰ ਬਿਲਕੁਲ ਸੌਂ ਗਿਆ ਹੈ, ਇਹਨੂੰ ਕੋਈ ਸ਼ੁੱਧ ਨਹੀਂ ਹੈ, ਕੋਈ ਹੋਸ਼ ਨਹੀਂ ਹੈ, ਉਦੋਂ ਸਾਡਾ ਜੀਵ ਆਤਮਾ ਵਿਹਲਾ ਜਾ ਹੋ ਜਾਂਦਾ ਹੈ, ਚਿੰਤਾ ਜੀ ਖਤਮ ਹੋਏ। ਸਾਡਾ ਮਨ ਤਾਂ ਸੌਂਦਾ ਹੀ ਨਹੀਂ ਨਾ, ਸਰੀਰ ਸੌਂਦਾ ਹੈ। ਤਾਂ ਕਦੇ ਇਹ ਗੂੜੀ ਨੀਂਦ ਵੀ ਸੌਂ ਜਾਂਦਾ ਹੈ, ਉਦੋਂ ਵੀ ਅਸੀਂ ਉੱਠ ਕੇ ਕਹਿੰਦੇ ਹਾਂ ਯਾਰ ਕਮਾਲ ਹੋ ਗਈ, ਅੱਜ ਪਤਾ ਨਹੀਂ ਲੱਗਿਆ ਕਿੱਥੇ ਸੁੱਤੇ ਸੀ। ਫਿਰ ਇਹ ਗੱਲ ਕਹਿ ਕੌਣ ਰਿਹਾ, ਕਿਹਨੂੰ ਪਤਾ ਲੱਗਿਆ ਤੇ ਕਿਹਨੂੰ ਨਹੀਂ ਪਤਾ ਲੱਗਿਆ? ਕੋਈ ਸਤਨਾਮ ਸੀ। ਮਨ ਨੂੰ ਪਤਾ ਲੱਗਿਆ ਵੀ ਨੀਂਦ ਗੂੜੀ ਆਈ ਹੈ, ਪਰ ਸਰੀਰ ਨੂੰ ਕੋਈ ਪਤਾ ਨਹੀਂ ਲੱਗਿਆ। ਤੇ ਜਿਹੜਾ ਅਸੀਂ ਉੱਠ ਕੇ ਬੋਲੇ ਉਹ ਜੀਵ ਆਤਮਾ ਦੇ ਮਨ ਦੇ ਜਾਣਨ ਕਰਕੇ ਬੋਲੇ ਵੀ ਯਾਰ ਕਮਾਲ ਹੋ ਗਈ, ਅੱਜ ਤਾਂ ਬੜੀ ਨੀਂਦ ਆਈ, ਪਤਾ ਨਹੀਂ ਲੱਗਿਆ ਕਿੱਥੇ ਪਏ ਸੀ। ਕੋ ਸਤਨਾਮ ਸੀ। ਜਦੋਂ ਇਹ ਸਦਾ ਸਰੀਰ ਸੌਂ ਜਾਂਦਾ ਹੈ ਤੇ ਸਾਡਾ ਜੀਵ ਆਤਮਾ ਕੀ ਕਰਦਾ ਹੈ? ਤਾਰਾ ਗੁਰ ਪਤਨੀ ਬੁਗੇ ਚੰਦ ਕਾਲਖਾ ਦੇਖ। ਤੋਂ ਪਹਿਲਾਂ ਇਸ ਪਦੇ ਦੀ ਵਿਚਾਰ ਪੂਰੀ ਕਰੀਏ, ਅੱਗੇ ਦੂਜਾ ਪ੍ਰਸ਼ਨ ਆ ਗਿਆ ਸੀ। ਨਿੰਦਰਾ ਵਾਸ ਇਕਾਤ ਲਖੈ ਭਰਮੈ ਸੁਪਨੀਵ। ਸਾਡਾ ਜੀਵ ਆਤਮਾ ਫਿਰ ਪਿਛਲੇ ਜਨਮਾਂ ਦੇ ਕਾਗਜ਼ ਫਰੋਲਣ ਬਹਿ ਜਾਂਦਾ ਹੈ। ਕੋਈ ਸਤਨਾਮ ਵਿਹਲਾ ਹੁੰਦਾ ਹੈ ਨਾ, ਜਦੋਂ ਸਰੀਰ ਕੰਮ ਕਰਦਾ ਉਦੋਂ ਤਾਂ ਇਹਨੂੰ ਬਾਹਰ ਨਿਕਲਿਆ ਹੁੰਦਾ ਸਰੀਰ ਦੇ ਰਾਹੀਂ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਬੋਲਦਾ, ਸੁਣਦਾ, ਤੁਰਦਾ, ਕਰਦਾ ਕੁਛ ਨਾ ਕੁਛ। ਪਰ ਜਦੋਂ ਸੌਂ ਜਾਂਦਾ ਹੈ ਉਦੋਂ ਜੀਵ ਇਕਾਂਤ ਵਿੱਚ ਬੈਠ ਕਰਕੇ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਸੰਸਕਾਰਾਂ ਨੂੰ ਫਰੋਲਦਾ ਹੈ। ਕਈ ਵਾਰੀ ਸਾਨੂੰ ਇਹੋ ਜਿਹੇ ਸੁਪਨੇ ਆਉਂਦੇ ਹੈ ਜਿਨ੍ਹਾਂ ਸਥਾਨਾਂ ਨੂੰ ਅਸੀਂ ਕਦੇ ਦਿਨੇ ਵੀ ਦੇਖਿਆ ਨਹੀਂ ਹੁੰਦਾ। ਕਈ ਵਾਰੀ ਉਹ ਸੁਪਨੇ ਆਉਂਦੇ ਆ ਜਿੱਥੇ ਜਾ ਕੇ ਆਏ ਹੋਈਏ ਇਸੇ ਜਨਮ 'ਚ, ਪਰ ਕਈ ਵਾਰੀ ਉਹ ਸੁਪਨੇ ਵੀ ਆਉਂਦੇ ਆ ਮਨੁੱਖ ਨੂੰ ਜਿਨ੍ਹਾਂ ਦੇ ਬਾਰੇ ਕਦੇ ਇਹਨੇ ਸੋਚਿਆ ਵੀ ਨਹੀਂ ਹੁੰਦਾ। ਤਾਂ ਸਾਡਾ ਜੀਵ ਆਤਮਾ ਜਿਹੜਾ ਹੈ ਇਕਾਂਤ ਕਰਕੇ ਦੱਬੇ ਹੋਏ ਸੰਸਕਾਰ ਜਿਹੜੇ ਵਿੱਚ ਪਏ ਹਨ ਮੈਮਰੀ ਕਾਰਡ ਵਿੱਚ। ਸਾਇੰਸ ਨੇ ਵੀ ਜਾਣਿਆ ਕਿ ਮਨੁੱਖ ਦੇ ਅੰਦਰ ਇੱਕ ਮੈਮਰੀ ਕਾਰਡ ਹੈ, ਔਰ ਸਤਿਗੁਰਾਂ ਨੇ ਵੀ ਦੱਸਿਆ ਸਾਨੂੰ ਪਹਿਲਾਂ ਤੋਂ ਕਿ ਮਨੁੱਖ ਦੇ ਅੰਦਰ ਇੱਕ ਚਿੱਪ ਹੈ ਗਿੱਚੀ ਵਾਲੇ ਪਾਸੇ। ਵੈਸੇ ਲੋਕਾਂ ਨੇ ਬੀਬੀ ਨੂੰ ਕਹਿਤਾ ਕਿ ਇਸਤਰੀਆਂ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ, ਸੋਡੀ ਵੀ ਗਿੱਚੀ ਪਿੱਛੇ ਹੈ ਸਾਰਿਆਂ ਦੀ। ਕੋ ਸਤਨਾਮ। ਤੋ ਸਾਡੇ ਦਿਮਾਗ ਦੇ ਅੰਦਰ, ਖੋਪੜੀ ਦੇ ਅੰਦਰ ਕੋਈ ਐਸਾ ਪੁਆਇੰਟ ਹੈ ਤਾਂ ਭਾਵੇਂ ਮਾਸ ਦਾ ਹੀ, ਕੰਨ ਵੀ ਮਾਸ ਦਾ ਇਹ ਸੁਣਦਾ ਹੈ, ਅੱਖਾਂ ਮਾਸ ਦੀਆਂ ਦੇਖਦੀਆਂ, ਨੱਕ ਵੀ ਇੱਕ ਮਾਸ ਦਾ ਹੀ ਹੈ, ਪਰ ਇਹ ਸੁੰਘਣ ਦਾ ਕੰਮ ਕਰਦਾ, ਹੱਥ ਨਹੀਂ ਸੁੰਘ ਸਕਦੇ। ਕੋ ਸਤਨਾਮ। ਵੇਖਣ ਨੂੰ ਮਾਸ ਸਾਰਾ ਇੱਕੋ ਜਿਹਾ ਹੀ ਲੱਗਦਾ, ਪਰ ਇਹਨਾਂ ਦੇ ਕੰਮ ਅਲੱਗ-ਅਲੱਗ ਪਰਮੇਸ਼ਰ ਨੇ ਦਿੱਤੇ। ਔਰ ਕੌੜਾ ਜਿਹੜਾ ਮਿੱਠਾ ਹੈ ਉਹ ਹੱਥ ਦੀ ਉਂਗਲ ਲਾ ਕੇ ਨਹੀਂ ਪਤਾ ਲੱਗਦਾ, ਜੀਭ ਨੇ ਨਾਲ ਲੱਗਦਾ। ਕੋ ਸਤਨਾਮ। ਇਹ ਪੁਆਇੰਟ ਉੱਥੇ ਰੱਖਿਆ। ਇਸੇ ਤਰ੍ਹਾਂ ਕੋਈ ਮਾਸ ਦੀ ਚਿੱਪ, ਮਾਸ ਦਾ ਲੋਥੜਾ, ਕੋਈ ਮਾਸ ਦਾ ਪੀਸ ਸਾਡੇ ਬੁੱਧੀ ਵਿੱਚ ਵੀ ਹੈ ਜਿਹੜਾ ਪਿਛਲੇ ਕਈ ਜਨਮਾਂ ਦੇ ਸੰਸਕਾਰਾਂ ਨੂੰ ਰੱਖੀ ਬੈਠਾ, ਚੰਗਿਆਂ ਨੂੰ ਤੇ ਮਾੜਿਆਂ ਨੂੰ। ਜਦੋਂ ਚੰਗੇ ਸੰਸਕਾਰ ਪ੍ਰਗਟ ਹੁੰਦੇ ਆ ਤਾਂ ਉਦੋਂ ਕਿਸੇ ਰੱਬ ਦੇ ਪਿਆਰਿਆਂ ਦੀ ਸਤਸੰਗ ਮਿਲਦੀ ਆ, ਤੇ ਜਦੋਂ ਮਾੜੇ ਸੰਸਕਾਰ ਉਗਰਦੇ ਆ ਉਦੋਂ ਬੰਦੇ ਨੂੰ ਦੁੱਖ ਮਿਲਦੇ ਆ। ਕੋ ਸਤਨਾਮ।
ਔਰ ਇਸ ਗੱਲ ਨੂੰ ਪ੍ਰੀਤਮ ਨੇ ਬਾਣੀ ਵਿੱਚ ਇਉਂ ਲਿਖਿਆ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਕੰਮ ਪ੍ਰਗਟ ਹੋਏ ਤਾਂ ਫਿਰ ਕੋਈ ਰਸੀਆ ਰੱਬ ਦਾ ਪਿਆਰਾ ਮਿਲ ਪਿਆ। ਤੇ ਜਦੋਂ ਕਿਸੇ ਨੇ ਤੁੱਕੇ ਦੇ ਬੀਜ ਬੀਜੇ ਹੋਣ, ਵੇਖਣ ਨੂੰ ਤਾਂ ਬੜੇ ਕੋਲੇ ਕੋਲੇ ਆ, ਪਰ ਜਦੋਂ ਉਹ ਉਗਰਦੇ ਆ ਤੇ ਫਿਰ ਕੰਡੇ ਪੈਦਾ ਕਰਦੇ ਆ। ਕਹੋ ਸਤਨਾਮ। ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡਾ ਉੱਨ ਕਤਾਇਂਦਾ, ਪੈਂਦਾ ਲੋੜ ਹੈ ਪੱਟ। ਬੀਜੇ ਤਾਂ ਕਿੱਕਰ ਦੇ ਬੀਜ ਹੈ ਤੇ ਭਾਲਦਾ ਹੈ ਬਜੌਰ ਦੀਆਂ ਦਾਖਾਂ, ਕੰਡੇ ਨਿਕਲਣਗੇ। ਕੱਤਿਆ ਖੱਦਰ ਹੈ, ਪਾਉਣ ਨੂੰ ਰੇਸ਼ਮ ਭਾਲਦਾ, ਖੱਦਰ ਕੱਤਿਆ ਤੇ ਖੱਦਰੀ ਮਿਲੂਗਾ। ਕਹੋ ਸਤਨਾਮ। ਭਾਵ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੁਪਨੇ ਬਾਰੇ ਕਿ ਇਹ ਜੀਵ ਫਿਰ ਇਕਾਂਤ ਵਿੱਚ ਬੈਠ ਕੇ, ਡੂੰਘਾ ਬੈਠ ਕੇ ਚਿੱਤ ਵਿੱਚ ਪਏ ਸੰਸਕਾਰਾਂ ਨੂੰ ਫਿਰ ਇਹ ਫਰੋਲਦਾ ਹੈ, ਉਹਨਾਂ ਨੂੰ ਵੇਖਦਾ ਹੈ ਤੇ ਉਹਨਾਂ ਸੁਪਨਿਆਂ ਦੀ ਰਾਹੀਂ ਉੱਥੇ ਚਲਿਆ ਜਾਂਦਾ ਹੈ। ਤਾਰਾ ਗੁਰ ਪਤਨੀ ਪੋਗੀ, ਚੰਦ ਕਾ ਲਿਖਾ ਦੇਖ। ਤੋ ਅਸੀਂ ਇਹ ਗੱਲ ਵੀ ਸੁਣ ਰਹੇ ਹਾਂ ਕਿ ਇਹ ਚੰਦਰਮਾ ਇੰਦਰ ਦਾ ਸਾਥੀ ਬਣ ਕੇ ਗੌਤਮ ਰਿਸ਼ੀ ਦੇ ਘਰ ਮਾੜੀ ਸੋਚ ਦੇ ਨਾਲ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਚੰਦਰਮਾ ਨੂੰ ਜਿਹੜਾ ਦਾਗ ਲੱਗਿਆ ਹੈ, ਇਹ ਇੱਕ ਬ੍ਰਹਸਪਤੀ ਗੁਰੂ ਹੋਇਆ ਹੈ ਦੇਵਤਿਆਂ ਦਾ, ਤੇ ਉਸੇ ਦੀ ਇਸਤਰੀ ਦਾ ਨਾਮ ਸੀ ਤਾਰਾ, ਜਿਸ ਨੂੰ ਮਾੜੀ ਨਿਗਾਹ ਨਾਲ ਤੱਕਿਆ ਚੰਦਰਮਾ ਨੇ, ਔਰ ਉਸ ਨੂੰ ਉਦੋਂ ਦਾ ਕਲੰਕ ਲੱਗਿਆ ਹੋਇਆ ਹੈ। ਤੇ ਹੁਣ ਉਹ ਕਲੰਕ ਆਪਣਾ ਲੱਗਿਆ ਹੋਇਆ ਦੁਨੀਆ ਨੂੰ ਵਿਖਾਉਂਦਾ ਹੈ ਕਿ ਆਹ ਦੇਖੋ, ਭਾਵੇਂ ਮੈਂ ਸ਼ਿਵ ਜੀ ਦੇ ਸਿਰ 'ਤੇ ਰਹਿੰਦਾ ਹਾਂ, ਮੇਰੇ ਉੱਤੋਂ ਗੰਗਾ ਹਰ ਵੇਲੇ ਵਗਦੀ ਹੈ, ਪਰ ਮਾੜੇ ਕਰਮਾਂ ਦੇ ਫਲ ਭੋਗਣੇ ਪੈਂਦੇ ਆ। ਕਹੋ ਸਤਨਾਮ। ਆ ਮੇਰਾ ਕਲੰਕ ਲੱਥਾ ਨਹੀਂ। ਇਹੀ ਬਚਨ ਸਤਿਗੁਰਾਂ ਨੇ ਬਾਣੀ ਦੇ ਵਿੱਚ ਵੀ ਲਿਖਣਾ ਕੀਤਾ ਹੈ। ਗੁਰੂ ਪਿਆਰਿਓ, ਜਿੱਥੇ ਜੇ ਪਾਤਸ਼ਾਹ ਜੀ ਨੇ ਲਿਖਿਆ ਹੈ, ਦੁਕਿਰਤ ਸੁਕਿਰਤ ਥਾਰੋ ਕਰ ਮਰੀ। ਬੰਦੇ ਦੇ ਚੰਗੇ ਮਾੜੇ ਕੀਤੇ ਹੋਏ ਕਰਮ ਜਿਹੜੇ ਹਨ ਉਹ ਮਿਟਦੇ ਨਹੀਂ ਗੁਰੂ ਦੀ ਕਿਰਪਾ ਤੋਂ ਬਗੈਰ। ਗੁਰੂ ਬਦਲ ਸਕਦਾ, ਗੁਰੂ 'ਚ ਤਾਕਤ ਹੈ, ਵਰਨਾ ਇਹਨੂੰ ਭੋਗਣੇ ਪੈਂਦੇ ਹਨ। ਭਗਤ ਜੀ ਲਿਖਦੇ ਹਨ, ਨਾਰਾਇਣ ਨਿੰਦਸ ਕਾਇ ਭੋਲੀ ਗਵਾਰੀ, ਦੁਕਿਰਤ ਸੁਕਿਰਤ ਥਾਰੋ ਕਰ ਮਰੀ। ਤੇ ਇਸੇ ਤਰ੍ਹਾਂ ਹੀ ਫਿਰ ਉਹਦੇ ਵਿੱਚ 3-4 ਕਹਾਣੀਆਂ, ਗਰਡ ਪੰਛੀ ਦੇ ਭਰਾ ਦੀ, ਇਸੇ ਤਰ੍ਹਾਂ ਹੀ ਚੰਦਰਮਾ ਦੀ, ਤੇ ਹੋਰ ਕਈ ਕਹਾਣੀਆਂ ਉਹਦੇ ਵਿੱਚ ਪਾਈਆਂ। ਸ਼ਬਦ ਵਿੱਚ ਭਗਤ ਜੀ ਨੇ ਬਈ ਦੇਖੋ ਇਹਨਾਂ ਨੇ ਜਿਹੜੇ ਕਰਮ ਕੀਤੇ ਉਹਨਾਂ ਦਾ ਫਲ ਭੋਗਦੇ। ਪਾਤਸ਼ਾਹ ਕਹਿੰਦੇ ਇਸ ਚੰਦਰਮਾ ਨੇ ਆਪਣੇ ਗੁਰੂ ਦੀ ਇਸਤਰੀ ਤਕਾਈ, ਬ੍ਰਹਸਪਤੀ ਦੀ ਇਸਤਰੀ ਤਕਾਈ, ਜਿਹਦਾ ਕਰਮ ਫਲ ਹਜੇ ਤੱਕ ਉਹ ਭੋਗ ਰਿਹਾ ਹੈ। ਤੇ ਮਾਨੋ ਆਕਾਸ਼ ਤੇ ਚੜ੍ਹ ਕੇ ਲੋਕਾਂ ਨੂੰ ਵੀ ਦਿਖਾਉਂਦਾ ਹੈ ਕਿ ਮਾੜਾ ਕਰਮ ਨਾ ਕਰਿਓ ਜੀ। ਪਰ ਨਾਰੀ ਪਰਸਨ ਅਗੇ ਲੋਕ ਦਿਖਾਇਓ ਲੇਖ। ਤਾਂ ਲੋਕਾਂ ਨੂੰ ਦਿਖਾਉਂਦਾ ਹੈ ਕਿ ਪਰ ਇਸਤਰੀ ਨੂੰ ਗਲਤ ਸੋਚ ਨਾਲ ਦੇਖਣ ਦਾ ਜਾਂ ਉਸ ਦੇ ਨਾਲ ਸੰਪਰਕ ਕਰਨ ਦਾ ਮਨੁੱਖ ਨੂੰ ਕੈਸਾ ਪਾਪ ਲੱਗਦਾ ਹੈ, ਜਿਹੜਾ ਕਿਸੇ ਤਰ੍ਹਾਂ ਵੀ ਲੈਂਦਾ ਨਹੀਂ ਜੀ। ਰਾਮ ਲਖਨ ਮ੍ਰਿਗਿਆ ਗਏ ਵਿਛੜੇ ਦੋਨੋਂ ਭਰਾਤ। ਜਿਹੜੀ ਗੋਡੇ ਤੇ ਪੱਗ ਰੱਖਣ ਦੀ ਗੱਲ ਚੱਲੀ ਸੀ, ਕਈ ਵਾਰੀ ਆਪਾਂ ਪੈਂਦੇ ਆ ਤੇ ਔਰ ਸਤਿਕਾਰ ਦੇ ਵਿੱਚ ਹੀ ਆਪਾਂ ਪੱਗ ਲਾ ਕੇ ਗੋਡੇ ਤੇ ਰੱਖ ਲੈਂਦੇ ਆ, ਥੱਲੇ ਰੱਖਣ ਨਾਲੋਂ। ਕੋ ਸਤਨਾਮ। ਖੇਤਾਂ ਦੇ ਵਿੱਚ ਬੈਠੇ ਆ, ਮੁੜਕਾ ਆਇਆ ਵੈ ਸਿਰ ਨੂੰ ਬਹੁਤ ਜ਼ਿਆਦਾ, ਸਿਰ ਨੂੰ ਹਵਾ ਲਵਾਉਣ ਵਾਸਤੇ ਜ਼ਿਮੀਂਦਾਰ ਜਿਹੜਾ ਹੈ ਉਸੇ ਤਰ੍ਹਾਂ ਬੱਝੀ ਬੁਝਾਈ ਪੱਗ ਲਾ ਕੇ ਤੇ ਗੋਡੇ ਤੇ ਰੱਖ ਲੈਂਦਾ, ਥੋੜਾ ਚਿਰ ਹਵਾ ਲਵਾ ਲੈਂਦਾ। ਕਈ ਲੋਕਾਂ ਦੀ ਆਦਤ ਹੁੰਦੀ ਹੈ, ਪਰ ਗੁਰੂ ਸਾਹਿਬ ਦਾ ਸਿੱਖ ਨੂੰ ਹੁਕਮ ਹੈ ਕਿ ਸਿੱਖ ਕਦੇ ਵੀ ਬੰਨੀ ਹੋਈ ਪੱਗ ਟੋਪੀ ਵਾਂਗੂ ਨਾ ਲਾਹੇ। ਹਮੇਸ਼ਾ ਕੰਗਾ ਦੋਏ ਵਕਤ ਕਰ, ਭਾਗ ਚੁਣੇ ਕਰ ਬਾਂਧੇ। ਪੱਗ ਨੂੰ ਝਾੜ ਕੇ ਚੁਣ ਕੇ ਫਿਰ ਦੁਬਾਰਾ ਬੰਨੋ। 2 ਟਾਈਮ ਸਿੱਖ ਨੂੰ ਕੰਗਾ ਕਰਨਾ ਚਾਹੀਦਾ ਕੇਸਾਂ ਵਿੱਚ। ਖੈਰ, ਇਹ ਕਿੱਥੋਂ ਗੱਲ ਚੱਲੀ ਬਈ ਗੋਡੇ ਤੇ ਪੱਗ ਧਰਨ ਦਾ ਕੀ ਮਤਲਬ ਹੈ? ਜਦੋਂ ਰਾਮ ਚੰਦਰ ਤੇ ਲਛਮਣ ਤੇ ਸੀਤਾ ਇਹ ਤਿੰਨੇ ਜਣੇ ਜੰਗਲਾਂ ਵਿੱਚ ਵਿਚਰ ਰਹੇ ਸੀ, ਕਹਿੰਦੇ ਇਹਨਾਂ ਨੇ ਇੱਕ ਹਰਨ ਦੇ ਮਗਰ
ਇੱਕ ਮਿਰਗੀ ਦੇ ਮਗਰ ਆਪਣੇ ਘੋੜੇ ਭਜਾਏ ਤੇ ਦੋਨੋਂ ਭਰਾ ਵਿਛੜ ਗਏ ਜੀ। ਇਸ ਗੋਡੇ ਪਗੜੀ ਤਰੀ ਮਿਰਤ ਕਹਾਣੀ ਬਾਤ। ਔਰ ਫਿਰ ਕੀ ਹੋਇਆ, ਜਦੋਂ ਇਹ ਵਿਛੜ ਗਏ ਸਾਰੀ ਰਾਤ ਇਹਨਾਂ ਦੀ ਵਿਛੋੜੇ 'ਚ ਟੱਪੀ, ਔਰ ਰਾਤ ਨੂੰ ਤਾਂ ਫਿਰ ਇਹ ਘਰ ਆ ਨਾ ਸਕੇ, ਤੇ ਕਹਿੰਦੇ ਇਸ ਕਰਕੇ ਇਹਨਾਂ ਨੇ ਜਦੋਂ ਰਾਵਣ ਸੀਤਾ ਨੂੰ ਚੱਕ ਕੇ ਲਗਿਆ, ਇਹ ਦੋਨੇ ਹੀ ਭਰਾ ਚਲੇ ਗਏ ਸਨ ਮਿਰਗ ਦੇ ਮਗਰ। ਤਾਂ ਗੁਰੂ ਪਿਆਰਿਓ ਕਹਿੰਦੇ ਰਾਤ ਨੂੰ ਇਹ ਵਿਛੜ ਗਏ ਤੇ ਤੜਕੇ ਇਹਨਾਂ ਨੇ ਸਾਰੀ ਰਾਤ ਆਪਣੀ ਪੱਗ ਲਾ ਕੇ ਆਪਣੇ ਗੋਡੇ ਤੇ ਰੱਖ ਲਈ, ਔਰ ਗੋਡੇ ਤੇ ਰੱਖੀ ਪੱਗ ਨੂੰ ਲਛਮਣ ਰਾਮ ਮੰਨਦਾ ਰਿਹਾ, ਤੇ ਰਾਮ ਲਛਮਣ ਮੰਨ ਕੇ ਸਾਰੀ ਰਾਤ ਮਾਨੋ ਆਪਣੇ ਭਰਾ ਨੂੰ ਕੋਲ ਸਮਝ ਕੇ ਉਹਦੇ ਨਾਲ ਹੀ ਗੱਲਾਂ ਕਰਕੇ ਰਾਤ ਲੰਘਾਉਂਦੇ ਹਨ। ਧਿਆਨ ਮਿਲੇ ਪਰਚਾ ਪਗੜ ਵਰਦੀ ਨਾ ਤਬ ਇਹ ਹੈ। ਔਰ ਧਿਆਨ ਮਿਲੇ ਭਾਵ ਜਦੋਂ ਦਿਨ ਚੜ੍ਹਿਆ ਫਿਰ ਦੋਨੇ ਕਿਤੇ ਇਕੱਠੇ ਹੋਏ, ਆਪਸ ਵਿੱਚ ਗੱਲਾਂ ਬਾਤਾਂ ਹੋਈਆਂ, ਤੇ ਫਿਰ ਰਾਤ ਨੂੰ ਫਿਰ ਗੱਲ ਚੱਲੀ ਵੀ ਯਾਰ ਆਪਾਂ ਤਾਂ ਇੱਕ ਦੂਜੇ ਭਰਾ ਤੋਂ ਦੂਰ ਨਹੀਂ ਸੀ ਹੁੰਦੇ। ਜਿਵੇਂ ਜਦ 14 ਸਾਲ ਦਾ ਬਨਵਾਸ ਦਿੱਤਾ ਗਿਆ ਇਕੱਲੇ ਰਾਮਚੰਦਰ ਨੂੰ, ਨਾਲ ਸੀਤਾ ਵੀ ਤਿਆਰ ਹੋ ਗਈ, ਤੇ ਲਛਮਣ ਕਹਿੰਦਾ ਮੈਂ ਵੀ ਤੇਰੇ ਬਿਨਾਂ ਰਹਿ ਨਹੀਂ ਸਕਦਾ। ਫਿਰ ਅੱਜ ਰਾਤ ਕਿਵੇਂ ਟੱਪੀ ਇੱਕ ਦੂਜੇ ਨੂੰ ਪੁੱਛਦੇ ਹਨ, ਤੇ ਦੋਨੇ ਹੀ ਕਹਿੰਦੇ ਯਾਰ ਰਾਤ ਨੂੰ ਬਸ ਆਹ ਪੱਗ ਨੂੰ ਤੇਰੀ ਨਿਸ਼ਾਨੀ ਸਮਝ ਕੇ ਗੋਡੇ ਤੇ ਰੱਖ ਲਿਆ, ਬਸ ਇਸੇ ਨਾਲ ਹੀ ਗੱਲਾਂ ਬਾਤਾਂ ਕਰਦੇ ਰਹੇ। ਉਸ ਦਿਨ ਤੋਂ ਇਹ ਗੱਲ ਚੱਲ ਪਈ, ਤੇ ਇਸ ਦਾ ਅੱਗੇ ਜਾ ਕੇ ਇਹਨਾਂ ਨੇ ਇੱਕ ਬਚਨ ਵਰ ਦੇ ਦਿੱਤਾ ਦੁਨੀਆ ਨੂੰ। ਗੋਡੇ ਪਰ ਦਸਤਾਰ ਧਰ ਪਾਵੇ ਨਿਰਦੁਖ ਦੇ। ਹਾਂ, ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹਰ ਵੇਲੇ ਲਾ ਕੇ ਗੋਡੇ ਤੇ ਰੱਖ ਲਓ। ਉਹ ਤਾਂ ਖੇਤਾਂ ਦੇ ਵਿੱਚ ਜਿੱਥੇ ਕਿਤੇ ਮੰਜਾ ਨਹੀਂ ਹੈ ਪੱਗ ਰੱਖਣ ਨੂੰ, ਉੱਚੀ ਥਾਂ ਨਹੀਂ ਹੈ, ਉੱਥੇ ਆਪਾਂ ਕੁਝ ਸਮੇਂ ਦੇ ਲਈ ਪੱਗ ਨੂੰ ਥੱਲੇ ਰੱਖਣ ਦੀ ਬਜਾਏ ਗੋਡੇ ਤੇ ਰੱਖ ਸਕਦੇ ਹਾਂ। ਪਰ ਇਹਦਾ ਮਤਲਬ ਇਹ ਹੈ ਕਿ ਜਿਹੜਾ ਦਸਤਾਰ ਦਾ ਸਤਿਕਾਰ ਕਰਦਾ ਹੈ ਉਹ ਕਦੇ ਦੁਖੀ ਨਹੀਂ ਹੁੰਦਾ। ਕੋ ਸਤਨਾਮ। ਜਿਹੜੀ ਦਸਤਾਰ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਇੱਜ਼ਤ ਦਾ ਸਰੂਪ ਦਿੱਤਾ ਹੈ। ਕੱਲ ਆਪਾਂ ਗੱਲ ਕਰ ਰਹੇ ਸੀ ਕਿ ਰਵਿਦਾਸ ਜੀ ਦੇ ਸਿਰ ਤੇ ਪੱਗ ਕਿਉਂ ਨਹੀਂ ਸੀ, ਕਿਉਂਕਿ ਉਹਨਾਂ ਲੋਕਾਂ ਨੇ ਉਸ ਵੇਲੇ ਧਰਮ ਦੇ ਅਖੌਤੀ ਮੁਖੀਆਂ ਨੇ ਜਿਨ੍ਹਾਂ ਨੂੰ ਨੀਚ ਸ਼ੂਦਰ ਬਣਾਇਆ, ਉਹਨਾਂ ਨੂੰ ਘੋੜੇ ਤੇ ਚੜ੍ਹਨ ਦਾ ਹੁਕਮ ਨਹੀਂ ਸੀ ਦਿੰਦੇ, ਉਹਨਾਂ ਨੂੰ ਪੱਗ ਬੰਨਣ ਦਾ ਹੁਕਮ ਨਹੀਂ ਸੀ, ਉਹਨਾਂ ਨੂੰ ਧਰਤੀ ਤੇ ਚੱਲਣ ਦਾ ਵੀ ਹੁਕਮ ਨਹੀਂ ਸੀ। ਜੇ ਧਰਤੀ ਤੇ ਚੱਲਦੇ ਹੋਏ ਚੱਲਣਾ ਹੈ ਤੇ ਆਪਦੇ ਪਿੱਛੇ ਝਾੜੂ ਬੰਨ੍ਹ ਕੇ ਰੱਖੋ ਤਾਂ ਕਿ ਤੁਹਾਡੀਆਂ ਪੈੜਾਂ ਮਿਟ ਜਾਣ। ਜੇ ਥੁੱਕਣਾ ਪਵੇ ਤੇ ਗਲ ਵਿੱਚ ਕੁੱਜਾ ਬੰਨ੍ਹ ਕੇ ਰੱਖੋ, ਉਹਦੇ ਵਿੱਚ ਥੁੱਕੋ, ਕਿਉਂਕਿ ਧਰਤੀ ਤੇ ਅਸੀਂ ਪੰਡਤਾਂ ਨੇ ਤੁਰਨਾ। ਕੋ ਸਤਨਾਮ। ਗੁਰੂ ਪਿਆਰਿਓ ਇਹ ਗੱਲਾਂ ਲਿਖਤਾਂ ਵਿੱਚ ਵੀ ਆਈਆਂ ਹੋਈਆਂ। ਕੋ ਸਤਨਾਮ, ਕਹਿਣ ਮਾਤਰ ਨਹੀਂ ਹੈ। ਤੇ ਮੈਂ ਕੱਲ ਵੀ ਇਹ ਗੱਲ ਚਲਾਈ, ਥੋੜ੍ਹੀ ਰਹਿ ਗਈ ਸੀ। ਕਹਿੰਦੇ ਹੋ ਸਕਦਾ ਸੀ ਜੇ ਰਵਿਦਾਸ ਜੀ ਆਪਣੇ ਸ਼ਬਦਾਂ ਵਿੱਚ ਇਹ ਨਾ ਲਿਖਦੇ, ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੁਮੀਤ ਹਮਾਰਾ, ਇਹ ਨਾ ਦੱਸਦੇ ਕਿ ਮੈਂ ਚਮਿਆਰ ਹਾਂ, ਤੇ ਸ਼ਾਇਦ ਇਹ ਆਪਣੇ ਗ੍ਰੰਥਾਂ ਵਿੱਚ ਲਿਖ ਦਿੰਦੇ ਕਿ ਇੱਕ ਭਗਤ ਰਵਿਦਾਸ ਬ੍ਰਾਹਮਣ ਵੀ ਹੋਇਆ। ਕੋ ਸਤਨਾਮ। ਔਰ ਇਹਨਾਂ ਨੇ ਉਸ ਨੂੰ ਭਗਤ ਬਣਾਉਣ ਦੇ ਵਾਸਤੇ ਆਪਣੇ ਵਿੱਚ, ਕਿਉਂਕਿ ਉਹ ਤਾਂ ਇਹ ਮੰਨਦੇ ਨਹੀਂ ਸੀ, ਪਰ ਉਹਨਾਂ ਨੇ ਬੜੀ ਭਗਤੀ ਕੀਤੀ ਸੀ। ਇਹਨਾਂ ਨੂੰ ਮੰਨਣਾ ਪਿਆ ਧੱਕੇ ਦੇ ਨਾਲ। ਤਾਂ ਇਹਨਾਂ ਨੇ ਕੀ ਕਹਿ ਦਿੱਤਾ ਕਿ ਰਵਿਦਾਸ ਜਿਹੜਾ ਹੈ ਪਿਛਲੇ ਜਨਮ ਦੇ ਵਿੱਚ ਇੱਕ ਬ੍ਰਾਹਮਣ ਸੀਗਾ, ਇੱਕ ਸਾਧੂ ਦੀ ਡਾਲੀ ਕਰਦਾ ਸੀਗਾ, ਤੇ ਇਸ ਨੇ ਕਿਸੇ ਪਾਪੀ ਦੇ ਘਰੋਂ ਪ੍ਰਸ਼ਾਦਾ ਲੈ ਆਂਦਾ, ਤੇ ਇਸ ਦੇ ਗੁਰੂ ਨੇ ਇਹਨੂੰ ਸਰਾਪ ਦੇ ਦਿੱਤਾ ਸੀ, ਤਾਂ ਕਰਕੇ ਤੇ ਇਹਦੇ ਸਰੀਰ ਦੇ ਵਿੱਚੋਂ ਸੋਨੇ ਦਾ ਜੰਜੂ ਨਿਕਲਿਆ। ਦੱਸੋ ਨਾ ਕਿਹੜੀ ਸੈਂਸ ਮੰਨੋਗੀ। ਕਹੋ ਸਤਨਾਮ। ਗੁਰਬਾਣੀ ਜਿਹੜੀ ਹੈ ਸੈਂਸ ਦੇ ਉੱਤੇ ਕਸੌਟੀ ਤੇ ਸਹੀ ਉਤਰਦੀ ਆ। ਗੁਰਬਾਣੀ 'ਚ ਐਸਾ ਕੋਈ ਬਚਨ ਨਹੀਂ ਕਿ ਸੈਂਸ ਵਾਲੇ ਉਂਗਲ ਕਰਨ ਕੇ ਆਹਾ ਤਾਂ ਮੰਨਿਆ ਨਹੀਂ ਜਾ ਸਕਦਾ, ਕਿਉਂਕਿ ਕਬੀਰ ਸਾਹਿਬ ਨੇ ਵੀ ਕੱਟਤਾ ਇੱਕ ਥਾਂ ਤੇ ਇਸ ਬਚਨ ਨੂੰ, ਜਿੱਥੇ ਕਹਿੰਦੇ ਆ ਕਿ ਲਵ ਕੁਸ਼, ਲਵ ਤਾਂ ਜਿਹੜਾ ਕਹਿੰਦੇ ਰਾਮ ਦਾ ਪੁੱਤਰ ਹੈ, ਕੁਸ਼ ਜਿਹੜਾ ਹੈ ਵਾਲਮੀਕ ਨੇ ਘਾਹ ਦੇ ਨਾਲ ਬਣਾਇਆ। ਕਬੀਰ ਸਾਹਿਬ ਕਹਿੰਦੇ ਬਿਲਕੁਲ ਗਲਤ ਹੈ, ਇੱਦਾਂ ਨਹੀਂ ਹੋ ਸਕਦਾ। ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਗੈਰ ਬੱਚਾ ਨਹੀਂ ਹੋ ਸਕਦਾ। ਕੋ ਸਤਨਾਮ। ਜੋ ਕੁਦਰਤ ਨੇ ਕਾਨੂੰਨ ਬਣਾਇਆ ਉਸੇ ਨਾਲ ਹੀ ਬੱਚਾ ਹੋ ਸਕਦਾ ਹੈ। ਜੋੜੇ ਹੋ ਸਕਦੇ ਆ, ਇਹ ਕਿਹਾ ਜਾ ਸਕਦਾ ਹੈ, ਪਰ ਇਹ ਕਹਿ ਦੇਣਾ ਕਿ ਸੀਤਾ ਕੁਟੀਆ ਦੇ ਵਿੱਚੋਂ ਕੱਪੜੇ ਧੋਣ ਗਈ, ਨਾਲ ਆਪਣੇ ਲਵ ਨੂੰ ਲੈ ਗਈ, ਉਹਨੇ ਉੱਥੇ
ਕੱਪੜੇ ਧੋਣ ਗਈ ਛੱਡ ਗਈ ਤੇ ਮਗਰੋਂ ਆ ਕੇ ਚੱਕ ਕੇ ਲੈ ਗਈ ਤੇ ਵਾਲਮੀਕ ਨੇ ਦੇਖਿਆ ਬੱਚਾ ਹੈ ਨਹੀਂ ਪੀਂਘੇ 'ਚ। ਇੱਥੇ ਤਾਂ ਆ ਕੇ ਸੀਤਾ ਬਹੁਤ ਰੋਵੇਗੀ, ਉਹਦੀ ਆਉਣ ਤੋਂ ਪਹਿਲਾਂ ਮੈਂ ਹੋਰ ਬੱਚਾ ਬਣਾ ਕੇ ਰੱਖਦੇ ਹਾਂ। ਉਹਨੇ ਘਾਹ ਫੂਸ ਦਾ ਬੱਚਾ ਬਣਾ ਕੇ ਜਾਨ ਪਾ ਦਿੱਤੀ। ਇਹ ਹੋ ਨਹੀਂ ਸਕਦਾ, ਇਹਨੂੰ ਸੈਂਸ ਨਹੀਂ ਮੰਨੇਗੀ। ਕਹੋ ਸਤਨਾਮ। ਇਹ ਕਹਾਣੀ ਆ ਉਹਨਾਂ ਦੀ। ਤੇ ਫਿਰ ਜਦੋਂ ਮੁੜ ਕੇ ਆਈ ਤੇ ਉੱਥੇ ਦੂਸਰਾ ਬੱਚਾ ਪਿਆ ਤੇ ਫਿਰ ਉਸ ਦਾ ਨਾਮ ਕੁਸ਼ ਘਾਹ ਨੂੰ ਕਹਿੰਦੇ ਆ, ਘਾਹ ਤੋਂ ਬਣਿਆ ਪੁੱਤਰ। ਕਹੋ ਸਤਨਾਮ। ਤੋ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮਤਲਬ ਹੈ ਇਸ ਸ਼ਬਦ ਦਾ ਜਾਂ ਇਸ ਪ੍ਰਸ਼ਨ ਦਾ ਬਈ ਜਿਹੜਾ ਪੱਗ ਦਾ ਸਤਿਕਾਰ ਕਰਦਾ ਹੈ, ਕਹੋ ਸਤਨਾਮ, ਉਹ ਹਮੇਸ਼ਾ ਸੁਖੀ ਵਸਦਾ ਹੈ। ਤੇ ਰਵਿਦਾਸ ਭਗਤ ਜੀ ਦੇ ਬਾਰੇ ਇਹ ਵੀ ਲਿਖ ਦਿੱਤਾ ਪੰਡਤਾਂ ਨੇ ਕਿ ਉਹਨਾਂ ਨੇ ਆਪਣੇ ਸਰੀਰ ਦੇ ਵਿੱਚੋਂ ਸੋਨੇ ਦਾ ਜੰਜੂ ਕੱਢ ਕੇ ਵਿਖਾਇਆ। ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਕੇਸ ਕਰ ਦਿੱਤਾ, ਅਕਬਰ ਨੇ ਸੱਦਿਆ, ਗੁਰੂ ਰਾਮਦਾਸ ਜੀ ਨੂੰ ਭੇਜਿਆ। ਅਮਰਦਾਸ ਜੀ ਨੇ ਜਾ ਪੁੱਤਰ ਜੇਠਿਆ ਤੂੰ ਜਾ ਕੇ ਜਵਾਬ ਦੇ ਇਹਨਾਂ ਨੂੰ ਕੀ ਪੁੱਛਦੇ ਆ। ਕਹੋ ਸਤਨਾਮ। ਇਸੇ ਤਰ੍ਹਾਂ ਹੀ ਉਹਨਾਂ ਨੇ ਕਈ ਵਾਰੀ ਇਹਨਾਂ ਭਗਤਾਂ ਨੂੰ ਵੀ ਰਾਜੇ ਦੀ ਸਭਾ ਵਿੱਚ ਸੱਦਿਆ ਬਈ ਇਹਨਾਂ ਸ਼ੂਦਰਾਂ ਨੂੰ ਭਗਤੀ ਕਰਨ ਦਾ ਹੱਕ ਨਹੀਂ, ਇਹਨਾਂ ਨੂੰ ਰੋਕਿਆ ਜਾਵੇ। ਕਹੋ ਸਤਨਾਮ ਸਿੰਘ। ਤੇ ਉੱਥੇ ਹੀ ਭਗਤ ਜੀ ਦੀ ਕਹਿੰਦੇ ਜਿਹੜੀ ਹੈ ਜੀਵਨ ਲੀਲਾ ਦਾ ਅੰਤ ਕਰ ਦਿੱਤਾ ਗਿਆ। ਕਹਿੰਦੇ ਉੱਥੇ ਉਹਦੇ ਕੋਲ ਰੰਬੀ ਸੀ ਭਗਤ ਜੀ ਦੇ ਕੋਲ। ਤੇ ਜਦੋਂ ਉੱਥੇ ਚਰਚਾ ਚੱਲੀ ਬਈ ਭਗਤ ਜੀ ਵੀ ਆਪਣੇ ਆਪ ਨੂੰ ਪੰਡਤ ਵਿਖਾਉਂਦੇ ਹਨ, ਤਾਂ ਉਹਨਾਂ ਨੇ ਆਪਣੀ ਰੰਬੀ ਨਾਲ ਆਪਣੀ ਛਾਤੀ ਨੂੰ ਚੀਰ ਕੇ ਸੋਨੇ ਦਾ ਜੰਜੂ ਵਿਖਾਇਆ। ਅਸਲ ਦੇ ਵਿੱਚ ਉਹਨਾਂ ਨੂੰ ਗੁਰੂ ਪਿਆਰਿਓ ਇਹ ਗਲਤ ਪੇਸ਼ ਕੀਤਾ ਗਿਆ। ਕਹੋ ਸਤਨਾਮ। ਭਗਤ ਕਦੇ ਵੀ ਆਤਮ ਹੱਤਿਆ ਨਹੀਂ ਕਰਦਾਗਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਭਗਤ ਜੀ ਦੇ ਸਿਰ 'ਤੇ ਦਸਤਾਰ ਹੋਣੀ ਚਾਹੀਦੀ ਸੀ, ਪਰ ਇਹਨਾਂ ਨੇ ਬੰਨ੍ਹਣ ਨਹੀਂ ਦਿੱਤੀ। ਅੱਜ ਵੀ ਮੈਂ ਕਦੇ ਕਦੇ ਖਬਰਾਂ ਸੁਣਦਾ, ਪਿੱਛੇ ਜੇ ਖਬਰ ਆਈ ਸੀ ਇੱਕ ਥਾਂ 'ਤੇ ਗਰੀਬ ਘਰ ਦੇ ਜਿਨ੍ਹਾਂ ਨੂੰ ਇਹ ਨੀਚ ਕਹਿੰਦੇ ਹੈ, ਮੁੰਡੇ ਦਾ ਵਿਆਹ ਸੀਗਾ ਤੇ ਜਦ ਉਹ ਪਿੰਡ ਵਿੱਚੋਂ ਘੋੜੀ ਤੇ ਚੜ੍ਹਿਆ ਤੇ ਕੁਝ ਹੰਕਾਰੀ ਚੌਧਰੀਆਂ ਨੇ ਉਹਨਾਂ ਨੇ ਘਰ ਆ ਕੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਹੋ ਸਤਨਾਮ। ਲੜਾਈ ਕਰ ਲਈ, ਅਖਬਾਰਾਂ 'ਚ ਖਬਰ ਆਈ, ਟੀਵੀ ਤੇ ਖਬਰ ਆਈ ਬਈ ਘੋੜੀ ਤੇ ਨਹੀਂ ਚੜ੍ਹ ਸਕਦਾ ਇੱਥੇ, ਵੱਡੇ ਚੌਧਰੀਆਂ ਤੋਂ ਬਗੈਰ ਕੋਈ ਨੀਚ ਕੁਲ ਦਾ ਬੱਚਾ ਘੋੜੀ ਤੇ ਨਹੀਂ ਚੜ੍ਹੇਗਾ। ਕਹੋ ਸਤਨਾਮ। ਉਹ ਵਿਆਹ ਵਾਸਤੇ ਚੜ੍ਹਨ ਲੱਗਿਆ ਤੇ ਉੱਥੇ ਲੜਾਈ ਕਰ ਲਈ ਆ ਕੇ। ਇਸ ਕਰਕੇ ਗੁਰੂ ਕਿਰਪਾ ਕਰਨ ਇੱਥੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਪਗੜੀ ਦਾ ਸਤਿਕਾਰ ਕਰਨ ਵਾਲੇ ਹਮੇਸ਼ਾ ਸੁਖੀ ਵਸਣਗੇ ਜੀ। ਪੂਤ ਜਾਤ ਪੂ ਪਰ ਜਿਤੇ ਮੂਤਰ ਦੁਖ ਮਿਟ ਜਾਏ। ਕਹਿਣ ਲੱਗੇ ਇਹ ਸੰਸਾਰ ਦੇ ਉੱਤੇ, ਧਰਤੀ ਦੇ ਉੱਤੇ ਅਨੇਕਾਂ ਜੀਵਾਂ ਦੀ ਹੱਤਿਆ ਹੁੰਦੀ ਹੈ। ਭੂਤ ਜਾਤ ਭਾਵ ਉਹਨਾਂ ਦੇ ਸਰੀਰ ਧਰਤੀ ਤੇ ਪਏ ਹੁੰਦੇ ਹਨ। ਤੇ ਜਦੋਂ ਮਨੁੱਖ ਕਿਤੇ ਵੀ ਬਾਥਰੂਮ ਆਦਿ ਕਰਦਾ ਹੈ ਤੇ ਕਹਿਣ ਲੱਗੇ ਉਸ ਦਾ ਦੋਸ਼ ਹੈ ਜਿਹੜਾ ਉਹ ਥੁੱਕਣ ਦੇ ਨਾਲ ਮਿਟ ਜਾਂਦਾ ਜੇ। ਉਹ ਕਦੇ ਸੁਧ ਕਾਇ ਹੋਏ ਪਿੱਛੇ ਸਹੀ ਬਣਾਏ। ਔਰ ਮਨੁੱਖ ਨੂੰ ਇੱਕ ਆਦਤ ਵੀ ਪੈ ਚੁੱਕੀ ਹੈ ਥੁੱਕਣ ਦੀ, ਕਿਉਂਕਿ ਪਿਛਲਾ ਸੰਸਕਾਰ ਹੀ ਸ਼ਾਇਦ ਆ ਰਿਹਾ ਮਨੁੱਖਾਂ ਦੇ ਵਿੱਚ। ਕਹਿੰਦੇ ਫਿਰ ਆਪਣਾ ਹੱਥ ਮੂੰਹ ਧੋ ਕੇ ਥੁੱਕ ਕਰਕੇ ਤੇ ਕਹਿੰਦੇ ਕੁਰਲਾ ਕਰਕੇ ਮਨੁੱਖ ਦਾ ਜਿਹੜਾ ਹੈ ਜੀਵਨ ਸਰੀਰ ਪਵਿੱਤਰ ਹੋ ਜਾਂਦਾ ਹੈ। ਪਾਪ ਗਰਸੇ ਜਬ ਆਨ ਕਹਿ ਤਿਰਸਕਾਰੀ ਵਿਦਆਨ। ਤਾਂ ਇੱਕ ਅਗਲਾ ਪ੍ਰਸ਼ਨ ਸੀ, ਬਿਨਾਂ ਬੁਲਾਏ ਬੋਲਣ ਦਾ ਕੀ ਕਾਰਨ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਦੇ ਉੱਤੇ ਇਹਦੇ ਮਾੜੇ ਕਰਮਾਂ ਦਾ ਫਲ ਪੈਂਦਾ ਹੈ, ਮਾੜੇ ਕਰਮ ਜਦ ਪ੍ਰਗਟ ਹੁੰਦੇ ਹਨ ਤੇ ਫਿਰ ਬਿਨਾਂ ਬੁਲਾਇਆ ਹੀ ਬੋਲੀ ਜਾਂਦਾ ਬੰਦਾ। ਕਹੋ ਸਤਨਾਮ। ਕਿਸੇ ਨੂੰ ਬਿਨਾਂ ਦੱਸਦੀ ਹੈ ਕਿ ਬਿਨਾਂ ਦਿੱਤੇ ਤਾਂ ਬਿਨਾਂ ਮੰਗੇ ਸਲਾਹ ਵੀ ਨਹੀਂ ਦੇਣੀ ਚਾਹੀਦੀ। ਜਦੋਂ ਕੋਈ ਮੰਗੇ ਤੇ ਫਿਰ ਉਸ ਨੂੰ ਪਿਆਰ ਨਾਲ ਸਮਝਾਵੇ। ਪਰ ਜਦੋਂ ਮਨੁੱਖ ਦੇ ਮਾੜੇ ਕਰਮ ਹੁੰਦੇ ਆ ਉਦੋਂ ਬਿਨਾਂ ਬੁਲਾਇਆ ਹੀ ਇਹ ਬੋਲੀ ਜਾਂਦਾ ਹੈ ਤੇ ਮਾਨੋ ਇਸ ਦੇ ਚੰਗੇ ਕਰਮ ਉਦੋਂ ਖਤਮ ਹੁੰਦੇ ਹਨ। ਬਿਨਾ ਬੁਲਾਏ ਬੋਲੀਏ ਜਾਂ ਬਿਦ ਭਲੀ ਨਾ ਮਾਨ। ਤੋ ਬਿਨਾ ਬੁਲਾਏ ਬੋਲਣਾ ਇਹ ਗੱਲ ਚੰਗੀ ਨਹੀਂ ਜੀ। ਆਦ ਅੰਤ ਰੋਟੀ ਗ੍ਰਹਿ ਦੇਵ ਪਿਤਰ ਹਿਤ ਦੇਨ। ਅੱਗੇ ਗੱਲ ਚੱਲੀ ਸੀ, ਪ੍ਰਸ਼ਨ ਪੈਦਾ ਕੀਤਾ ਸੀ ਬਈ ਆਟੇ ਦੇ ਨਾਲੋਂ ਮਾਈਆਂ ਰੋਟੀ ਤੋੜ ਕੇ ਜਾਂ ਪਹਿਲਾਂ ਆਟਾ ਤੋੜ ਕੇ ਪੇੜਾ
ਅੱਗੋਂ ਪਿੱਛੇ ਕਿਉਂ ਲਾਉਂਦੀਆਂ ਹਨ। ਬੇਦੋਕਤ ਤੇ ਧਰਮਵਾਨ ਇੱਕ ਪਿਛਾੜੀ ਲੈਣਾ। ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਜਿਹੜੀ ਪਹਿਲੀ ਰੋਟੀ ਹੈ ਉਹ ਪਰਮੇਸ਼ਰ ਦੇ ਨਾਂ ਦੀ ਕੱਢੀ ਜਾਂਦੀ ਹੈ, ਇਹ 'ਚ ਕੋਈ ਦੋ ਰਹਿਆਂ ਨਹੀਂ। ਤਾਂ ਬਾਅਦ ਦੇ ਵਿੱਚ ਉਸ ਰੋਟੀ ਨੂੰ ਪਕਾ ਕਰਕੇ ਡਾਲੀ ਵਾਲੇ ਨੂੰ ਦਿੱਤੀ ਜਾਂਦੀ ਹੈ, ਜਾਂ ਕੋਈ ਸਾਧੂ ਆ ਜਾਵੇ ਉਹਨੂੰ ਦੇ ਦਿੱਤੀ ਜਾਂਦੀ ਹੈ। ਇਹ ਵੇਦਾਂ ਦੀਆਂ ਉਕਤੀਆਂ ਭਾਵ ਵੇਦਾਂ ਦੀਆਂ ਪੰਕਤੀਆਂ ਹਨ। ਇਸ ਕਰਕੇ ਜਦੋਂ ਵੀ ਇਹ ਚਾਲ ਚੱਲੀ ਸੀ, ਗੱਲ ਚੱਲੀ ਸੀ, ਉਹਨਾਂ ਸਮਿਆਂ ਦੇ ਵਿੱਚ ਲੋਕ ਆਪਣੇ ਵੱਡਿਆਂ ਦੇ ਨਾਂ ਦਾ ਇੱਕ ਪ੍ਰਸ਼ਾਦਾ ਕੱਢ ਕੇ ਕਿਸੇ ਰੱਬ ਦੇ ਪਿਆਰੇ ਨੂੰ ਛਕਾਉਂਦੇ ਸਨ। ਇਸ ਕਰਕੇ ਸਾਨੂੰ ਚਾਹੀਦਾ ਹੈ ਸ਼ਗਨ ਹੋਏ ਸਭ ਸੂਰਮੇ ਦੇਵਦਾਹਨੀ ਹੋਏ। ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਡਾਲੀ ਵਾਲਾ ਆਉਂਦਾ ਤੇ ਮਾਤਾਵਾਂ ਉਹਨਾਂ ਦੇ ਵਾਸਤੇ ਪ੍ਰਸ਼ਾਦਾ ਕੱਢ ਕੇ ਰੱਖਦੀਆਂ, ਤੇ ਪਰ ਅੱਜ ਕੱਲ੍ਹ ਬੱਚੇ ਬੜੀ ਕਾਹਲੀ ਕਰਦੇ ਹਨ ਕਿ ਛੇਤੀ ਦੇ ਬੇਬੇ ਭੁੱਖ ਲੱਗੀ ਹੈ। ਤਾਂ ਬੇਬੇ ਨੇ ਫਿਰ ਜੁਗਤੀਆਂ ਬਣਾ ਲਈਆਂ ਉਹਨਾਂ ਸਮਿਆਂ ਦੇ ਵਿੱਚ, ਬਈ ਇਹਨਾਂ ਨੂੰ ਪਹਿਲਾਂ ਨਿਬੇੜਾਂ, ਉਹਨਾਂ ਦੀ ਰੋਟੀ ਫੇਰ ਪਕਾ ਦਿਆਂਗੇ, ਪਰ ਉਹਨਾਂ ਦਾ ਪੇੜਾ ਕੱਢ ਕੇ ਪਿੱਛੇ ਰੱਖ ਦਿੱਤਾ ਹੈ ਤਾਂ ਕਿ ਇਹ ਕੰਮ ਵੀ ਸਹੀ ਰਹੇ ਤੇ ਇਹ ਜਵਾਕ ਵੀ ਚੁੱਪ ਕਰ ਜਾਣ। ਇਸ ਕਰਕੇ ਪੁਰਾਣੀਆਂ ਬਜ਼ੁਰਗ ਮਾਈਆਂ ਜਿਹੜੀਆਂ ਸਨ, ਅੱਗੋਂ ਪੇੜਾ ਤੋੜ ਕੇ ਪਿੱਛੇ ਤੌਣ ਕਹਿੰਦੀ ਆ ਪੂਰੇ ਆਟੇ ਨੂੰ। ਪੂਰਾ ਆਟਾ ਜੋ ਗੁੰਨ ਕੇ ਰੱਖਿਆ ਪ੍ਰਾਂਤ ਵਿੱਚ ਉਹਨੂੰ ਤੌਣ ਕਹਿੰਦੇ ਆ। ਤੌਣ ਦੇ ਨਾਲੋਂ ਇੱਕ ਪੇੜਾ ਮੂਹਰੋਂ ਤੋੜ ਕੇ ਪਿੱਛੇ ਲਾਇਆ ਜਾਂਦਾ ਸੀ। ਇਸ ਕਰਕੇ ਅੱਗੇ ਪਾਤਸ਼ਾਹ ਜੀ ਕਹਿੰਦੇ ਹਨ, ਸੂਰਮੇ ਜਦੋਂ ਟਨਕਾਰ ਕਰਦੇ ਹਨ, ਸ਼ਗਨ ਦੇ ਸਮੇਂ ਹਮੇਸ਼ਾ ਵਾਜਾ ਸਾਜ਼ ਆਦਿ ਵਜਾਇਆ ਜਾਂਦਾ ਹੈ। ਜਿਸ ਤਰ੍ਹਾਂ ਜਦੋਂ ਬਰਾਤ ਆਉਂਦੀ ਹੈ ਤਾਂ ਮਿਲਣੀ ਵੇਲੇ ਗੁਰਮਤਿ ਅਨੁਸਾਰ ਉੱਥੇ ਸ਼ਬਦ ਗਾਏ ਜਾਂਦੇ ਹਨ, ਹਮ ਕਰ ਸਾਜਣੇ ਆਏ ਸਤਿਗੁਰ ਮੇਲ ਮਿਲਾਏ। ਬਾਣੀ ਵੀ ਗਾਈ ਜਾਂਦੀ ਹੈ ਸ਼ਗਨਾਂ 'ਤੇ, ਔਰ ਬਾਜਾ ਸਾਜ਼ ਵੀ ਵਜਾਇਆ ਜਾਂਦਾ ਹੈ। ਔਰ ਸੂਰਮੇ ਲੋਕ, ਦੇਵ ਲੋਕ ਆਦਿ ਸਾਰੇ ਥਾਵਾਂ ਦੇ ਉੱਤੇ ਹੀ ਇਹ ਸ਼ਗਨ ਮਨਾਇਆ ਜਾਂਦਾ ਹੈ। ਤੇ ਯੋਧਾ ਜਿਹੜਾ ਹੈ ਜੰਗ ਦੇ ਮੈਦਾਨ ਵਿੱਚ ਜਦ ਜਾਂਦਾ ਹੈ ਤੇ ਉਹ ਸਾਜ਼ ਦੀ ਬਜਾਏ ਫਿਰ ਟਨਕਾਰ ਕਰਦਾ ਹੈ ਆਪਣੇ ਕਮਾਨ ਦੀ। ਰਨ ਸ਼ਾਸਤਰਨ ਕੋ ਸਾਹਮਣੇ ਕਰੇ ਟਕਾਰੀ ਕਰੋਹੇ, ਜਿਹਦੇ ਨਾਲ ਉਹਦੇ ਵਿੱਚ ਜੋਸ਼ ਵੀ ਆਉਂਦਾ ਹੈ ਤੇ ਟੰਕਾਰ ਕਰਕੇ ਇਹ ਵੀ ਦੱਸਦਾ ਹੈ ਕਿ ਆਜੋ ਮੈਂ ਵੀ ਤਿਆਰ ਹਾਂ। ਅਜਮੇਰ ਸ਼ਾਹ ਕੀ ਕੰਨਿਆ ਹੋਏ ਪਿਤਾ ਐਸ ਕੋ ਲੇਕਰ ਸੋਏ। ਔਰ ਗੁਰੂ ਪਿਆਰਿਓ, ਅਜਮੇਰ ਸ਼ਾਹ ਕੱਲ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਪ੍ਰਸ਼ਨ ਸੀਗਾ ਤੰਬਾਕੂ ਦਾ, ਵੀ ਤੰਬਾਕੂ ਦੁਨੀਆ ਦੇ ਵਿੱਚ ਕਿਵੇਂ ਆਇਆ, ਸਾਡੇ ਭਾਰਤ ਵਿੱਚ ਤੰਬਾਕੂ ਕਿਵੇਂ ਫੈਲਿਆ। ਕੱਲ ਆਪਾਂ ਇੱਕ ਹੋਰ ਕਥਾ ਸਰਵਣ ਕੀਤੀ ਸੀ ਜਿਹੜੀ ਦਾਸ ਨੇ ਕਿਤੋਂ ਪੜ੍ਹੀ ਸੀ, ਆਪ ਜੀ ਨੂੰ ਸਰਵਣ ਕਰਾਈ। ਹੁਣ ਇੱਥੇ ਗੁਰੂ ਸਾਹਿਬ ਦਾ ਜਵਾਬ ਹੈ ਜਿਹੜਾ ਆਪਾਂ ਉਹ ਵੀ ਪੜ੍ਹ ਲੈਂਦੇ ਹਾਂ, ਜੋ ਗੁਰੂ ਸਾਹਿਬ ਨੇ ਦੱਸਿਆ। ਰਾਮ ਕੋਇਰ ਜੀ ਦੱਸਦੇ ਹਨ, ਕਹਿੰਦੇ ਅਜਮੇਰ ਸ਼ਾਹ ਇਹ ਮੁਸਲਮਾਨ ਰਾਜਾ ਹੋਇਆ, ਤੁਰਕ ਰਾਜਾ ਹੋਇਆ। ਗੁਰੂ ਪਿਆਰਿਓ, ਅਜਮੇਰ ਦੇ ਇਲਾਕੇ ਦਾ, ਉਸ ਦੀ ਲੜਕੀ ਬੜੀ ਸੁੰਦਰ ਸੀ ਤੇ ਉਹਦੇ ਪਿਤਾ ਨੇ ਆਗਿਆ ਦੇ ਦਿੱਤੀ ਕਿ ਧੀਏ ਜਿਹੜਾ ਤੈਨੂੰ ਚੰਗਾ ਲੱਗਦਾ ਪਤੀ, ਤੂੰ ਉਸ ਨੂੰ ਆਪਣੀ ਮਰਜ਼ੀ ਨਾਲ ਵਰ ਸਕਦੀ ਹੈ। ਔਰ ਇਸ ਨੇ ਆਪਣੀ ਮਰਜ਼ੀ ਦੇ ਨਾਲ ਪਤੀ ਲੱਭਣਾ ਸ਼ੁਰੂ ਕੀਤਾ ਔਰ ਇਸ ਨੇ ਸਲਾਹ ਕੀਤੀ ਕਿ ਮੈਂ ਐਸਾ ਕੋਈ ਤਪਸਵੀ ਭਜਨ ਬੰਦਗੀ ਵਾਲਾ ਜਿਹੜਾ ਪਤੀ ਹੋਵੇ, ਭਜਨ ਬੰਦਗੀ ਵਾਲਾ ਹੋਵੇ, ਮੈਂ ਉਸ ਨੂੰ ਆਪਣਾ ਪਤੀ ਬਣਾਵਾਂਗੀ। ਤਾਂ ਇਸ ਕਰਕੇ ਇਸ ਨੇ ਹੁਣ ਆਪਣਾ ਵਰ ਆਪ ਲੱਭਣਾ ਸ਼ੁਰੂ ਕੀਤਾ ਹੈ। ਚਾਹਤ ਕੰਤ ਕੋ ਕਰਨ ਨਿਹਾਰੈ ਖੋਜਨ ਕਰੇ ਨਾ ਨਿਸ਼ਚੇ ਧਾਰੈ। ਔਰ ਹੁਣ ਵਿਆਹ ਦਾ ਸਮਾਂ ਆਇਆ ਹੈ, ਕੰਤ ਦੀ ਚਾਹਤ ਇੱਛਾ ਪੈਦਾ ਹੋਈ ਔਰ ਪਰ ਵੇਖੇ ਤੋਂ ਬਗੈਰ ਨਿਸ਼ਚਾ ਕਰਕੇ ਫਿਰ ਉਸਨੇ ਉਹਦੇ ਨਾਲ ਸ਼ਾਦੀ ਕਰਾਉਣੀ ਹੈ ਤਾਂ ਕਿ ਬੰਦਾ ਜਿਹੜਾ ਮੈਂ ਵਰ ਲੈਣਾ ਹੈ, ਜੋ ਮੈਂ ਪਤੀ ਪ੍ਰਾਪਤ ਕਰਨਾ ਹੈ, ਉਹ ਭਜਨ ਬੰਦਗੀ ਤਪੱਸਿਆ ਵਾਲਾ ਹੋਵੇ ਜੀ। ਤਪ ਵਿਸਾਲ ਕੋ ਤਾਪਤ ਜੋਏ ਤੇਜ ਸਹਿਤ ਮਮ ਪਤ ਹਿਵ ਸੋਏ। ਇਹੋ ਜਿਹਾ ਹੋਵੇ ਜਿਹੜਾ ਤਪੀਆ ਹੋਵੇ, ਵਿਸਾਲ ਤਪੱਸਿਆ ਭਜਨ ਬੰਦਗੀ ਕਰਨ ਵਾਲਾ, ਤੇਜ ਪ੍ਰਤਾਪ ਵਾਲਾ,
ਮੈਂ ਉਸ ਨੂੰ ਪਤੀ ਬਣਾਵਾਂਗੀ। ਖੋਜਤ ਰਹੀ ਪ੍ਰਿਪਿਕ ਹੀਰਾ ਜਿਨ ਤਨ ਤਾਪਿਓ ਬਹੁਤ ਬਡੇਰਾ। ਰੋਜ਼ਾਨਾ ਹੀ ਇਹਦੀ ਖੋਜ ਰਿਸਰਚ ਚੱਲਦੀ ਰਹਿੰਦੀ ਵੀ ਕੋਈ ਇਹੋ ਜਿਹਾ ਮਿਲ ਜਾਵੇ। ਤੇ ਇੱਕ ਦਿਨ ਇਹਦੀ ਨਿਗਾਹ ਦੇ ਵਿੱਚ ਇੱਕ ਬ੍ਰਾਹਮਣ ਆ ਗਿਆ ਗੁਰੂ ਪਿਆਰਿਓ। ਤੇ ਬ੍ਰਾਹਮਣ ਨੇ ਬੜੀ ਤਪੱਸਿਆ ਕੀਤੀ ਸੀ, ਇੰਨੀ ਤਪੱਸਿਆ ਸੀ ਉਸ ਦੀ ਕਿ ਵੇਦ ਮੰਤਰ ਸਤਾਮਲ ਜਾਹੇ ਦ੍ਰਿੜ ਤਪ ਰਹੇ ਉਚ ਬ੍ਰਿਤ ਮਾਹੀ। ਔਰ ਵੇਦ ਮੰਤਰਾਂ ਦੀ ਇਸ ਨੇ ਸਿੱਧੀ ਕਰ ਲਈ ਸੀ, ਰਿੱਧੀਆਂ ਸਿੱਧੀਆਂ ਤਾਕਤਾਂ ਇਹਦੇ ਕੋਲ ਆ ਗਈਆਂ। ਵੇਦ ਮੰਤਰ ਜਦ ਪੜ੍ਹਦਾ ਸੀ ਤੇ ਉਹਨਾਂ ਦੀ ਪਾਵਰ ਇਉਂ ਆ ਜਾਂਦੀ ਜਿਵੇਂ ਹਸਤਾਮਲ, ਹੱਥ ਦੇ ਉੱਤੇ ਆਮਲ ਭਾਵ ਔਲਾ ਰੱਖਿਆ ਹੋਵੇ। ਇਦਾਂ ਇਹ ਮੰਤਰਾਂ ਦੀ ਪਾਵਰ ਨੂੰ ਸਿੱਧ ਕਰ ਲਿਆ ਇਸ ਬ੍ਰਾਹਮਣ ਨੇ। ਰਾਹਕ ਕਰੇਖੀ ਬਾੜ ਲੈ ਜਾਵੇ ਬੀਨ ਬੀਨ ਦਾਨੇ ਤਹਿ ਲਿਆਵੇ। ਔਰ ਦੇਖੋ ਇਹ ਕਿਸੇ ਦਾ ਹੱਕ ਨਹੀਂ ਸੀ ਖਾਂਦਾ, ਇਕੱਲੇ ਬੰਦੇ ਨੇ ਖਾਣਾ ਸੀਗਾ। ਤੇ ਜਦੋਂ ਕਹਿੰਦੇ ਜ਼ਿਮੀਂਦਾਰ ਫਸਲ ਵੱਢ ਕੇ ਲੈ ਜਾਂਦਾ, ਉੱਥੇ ਡਿੱਗੇ ਹੋਏ ਦਾਣੇ ਚੁੱਕ ਕਰਕੇ ਉਹਨਾਂ ਦਾ ਭੋਜਨ ਛਕਦਾ ਸੀ। ਖਾਏ ਨਿਰਬਾਨ ਕਰੇ ਸਰੀਰ ਵੇਦ ਖੜੰਗਨ ਥਿਤ ਚਿਤ ਧੀਰ। 6 ਵੇਦ ਖੜੰਗਣ 6 ਵੇਦਾਂ ਨੂੰ ਇਸ ਨੇ ਗੁਰੂ ਪਿਆਰਿਓ ਮੂੰਹ ਜਵਾਨੀ ਚਿੱਤ ਵਿੱਚ ਯਾਦ ਕੀਤਾ ਹੋਇਆ ਹੈ, ਧੀਰਜ ਨਾਲ ਪੜ੍ਹਦਾ ਹੈ ਔਰ ਕਿਸੇ ਦਾ ਹੱਕ ਨਹੀਂ ਖਾਂਦਾ। ਜੀਵਨ ਕਰਕੇ ਰਹਿਤ ਬਹਿਤ ਬੜੀ ਹੈ ਇਸ ਦੀ। ਇਸ ਬਲੋਕ ਅਜਮੇਰ ਕੁਮਾਰੀ ਤਪ ਵਿਸਾਲ ਕੇ ਨਿਦ ਜਿਨ ਭਾਰੇ। ਹੁਣ ਰਾਜ ਹੁੰਦਾ ਸੀ ਉਦੋਂ ਮੁਸਲਮਾਨਾਂ ਦਾ ਗੁਰੂ ਪਿਆਰਿਓ। ਤੇ ਇਸ ਕਰਕੇ ਮੁਸਲਮਾਨਾਂ ਨੇ ਬਹੁਤ ਸਾਰੀਆਂ ਹਿੰਦੂਆਂ ਦੀਆਂ ਲੜਕੀਆਂ ਵੀ ਆਪਣੇ ਘਰੇ ਇਸਤਰੀਆਂ ਬਣਾ ਕੇ ਰੱਖ ਲੈਣੀਆਂ। ਤੇ ਜੇ ਕੋਈ ਹਿੰਦੂਆਂ ਦਾ ਮੁੰਡਾ ਵਧੀਆ ਦੇਖ ਜਾਂਦਾ ਨੌਜਵਾਨ, ਤੇ ਫਿਰ ਧੱਕੇ ਨਾਲ ਉਹਨਾਂ ਆਪਣੀ ਲੜਕੀ ਵੀ ਵਿਆਹ ਦਿੰਦੇ। ਕੋ ਸਤਨਾਮ। ਇਸ ਕਰਕੇ ਗੁਰੂ ਪਿਆਰਿਓ ਜਿਸ ਤਰ੍ਹਾਂ ਜਿਹੜੇ 2 ਪਿਓ ਪੁੱਤ ਚਰਖੜੀ ਤੇ ਚੜ੍ਹੇ ਹਨ, ਉਹਨਾਂ ਦੀ ਚਰਖੜੀ ਤੇ ਚੜ੍ਹਨ ਦਾ ਕਾਰਨ ਵੀ ਇਹੀ ਸੀ ਕਿ ਮੁਸਲਮਾਨਾਂ ਦੀ ਲੜਕੀ ਨੂੰ ਉਹ ਲੜਕਾ ਬੜਾ ਸੁੰਦਰ ਲੱਗਿਆ, ਲੰਬੇ ਕੇਸ ਬੜਾ ਸੁੰਦਰ। ਔਰ ਉਹ ਆਪਣੇ ਬਾਪੂ ਨੂੰ ਕਹਿੰਦੀ ਮੈਂ ਤਾਂ ਉਹ ਜਿਹੜਾ ਸਿੱਖ ਦਾ ਪੁੱਤਰ ਹੈ ਉਹਦੇ ਨਾਲ ਵਿਆਹ ਕਰਾਉਣਾ। ਕੋ ਸਤਨਾਮ। ਉਹ ਕਹਿਣ ਲੱਗੇ ਗੱਲ ਹੀ ਕੋਈ ਨਹੀਂ। ਤੇ ਉਹ ਮੌਕੇ ਦੇ ਗੁਰੂ ਪਿਆਰਿਓ ਅਫਸਰ ਸਨ, ਮੌਕੇ ਦੇ ਸੂਬੇਦਾਰ ਸਨ। ਤਾਂ ਉਹਨਾਂ ਨੇ ਫਿਰ ਸਿੱਖ ਨੂੰ ਕਿਹਾ ਬਈ ਤੇਰੇ ਪੁੱਤਰ ਨਾਲ ਸਾਡੀ ਲੜਕੀ ਦਾ ਵਿਆਹ ਕਰਨਾ ਹੈ, ਨਿਕਾਹ ਕਰਨਾ ਹੈ। ਸਿੱਖ ਨੇ ਕਿਹਾ ਦੇਖੋ ਅਸੀਂ ਤੁਹਾਡੀ ਜਨਤਾ ਹਾਂ, ਤੁਸੀਂ ਸਾਡੇ ਰਾਜੇ ਹੋ, ਪਰ ਆਪਣਾ ਧਰਮ ਅਲੱਗ-ਅਲੱਗ ਹੈ। ਅਸੀਂ ਸਿੱਖ ਹਾਂ, ਤੁਸੀਂ ਮੁਸਲਮਾਨ ਹੋ, ਆਪਣੀਆਂ ਸ਼ਾਦੀਆਂ ਨਹੀਂ ਹੋ ਸਕਦੀਆਂ, ਗੁਰੂ ਦਾ ਹੁਕਮ ਹੈ, ਇਸ ਕਰਕੇ ਅਸੀਂ ਮਾਫੀ ਚਾਹੁੰਦੇ। ਪਰ ਉਹਨਾਂ ਦੀ ਲੜਕੀ ਬੜੀ ਜਿੱਦੀ ਸੀ ਤੇ ਉਹਦਾ ਪਿਤਾ ਵੀ ਜਿੱਦੀ ਹੋ ਗਿਆ। ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਇਹਨਾਂ ਨੂੰ ਗੁਰੂ ਪਿਆਰਿਓ ਮਨਾਉਣ ਦੀ, ਪਰ ਇਹ ਨਾ ਮੰਨੇ। ਅਖੀਰ ਉਹਨਾਂ ਨੇ ਦੋਨਾਂ ਨੂੰ ਚਰਖੜੀ ਤੇ ਚੜਾ ਕਰਕੇ ਸ਼ਹੀਦ ਕਰ ਦਿੱਤਾ, ਪਿਓ ਪੁੱਤਾਂ ਨੂੰ। ਇਸੇ ਕਰਕੇ ਤਾਂ ਖੈਰ ਪਵਨ ਬਿਰਤੀਆਂ ਉੱਥੇ ਰੱਖੀਏ। ਹੁਣ ਇਸ ਲੜਕੀ ਨੇ ਉਸ ਬ੍ਰਾਹਮਣ ਨੂੰ ਪਤੀ ਬਣਾਉਣ ਦੇ ਵਾਸਤੇ ਆਪਣੇ ਪਿਤਾ ਨੂੰ ਦੱਸ ਦਿੱਤਾ ਜੀ। ਬੁੱਧ ਬਲ ਤੇ ਕਰ ਬਿਬਦੋ ਪਾਇਆ ਤਿਸੇ ਬ੍ਰਿਪਸੋ ਵਿਆਹ ਕਰਾਇਆ। ਔਰ ਆਪਣੀ ਬੁੱਧੀ ਦੇ ਨਾਲ ਭਾਵ ਦਿਮਾਗ ਦੇ ਨਾਲ ਚਲਾਕੀ ਦੇ ਨਾਲ ਇਸ ਨੇ ਜਿਵੇਂ ਕਿਵੇਂ ਕਰਕੇ ਉਸ ਬ੍ਰਾਹਮਣ ਦੇ ਨਾਲ ਵਿਆਹ ਤਾਂ ਕਰ ਲਿਆ। ਤਿਜ ਬਰ ਕੇ ਉਰ ਅਤ ਦੁਜਤਾਏ ਮੈਥੁਨ ਕਰੇ ਧਰਮ ਬਿਸਨਾਏ। ਤਿਸ ਬਲੋਕ ਅਜਮੇਰ ਕੁਮਾਰੀ ਤਬ ਸਾਲ ਕੀ ਨਿਧ ਜਿਨ ਭਾਰੀ। ਤਾਂ ਇਸ ਨੇ ਉਸ ਦੀ ਤਪੱਸਿਆ ਨੂੰ ਦੇਖ ਕੇ ਉਹਦੇ ਨਾਲ ਸ਼ਾਦੀ ਤਾਂ ਕਰਵਾ ਲਈ, ਪਰ ਸ਼ਾਦੀ ਤਾਂ ਸੰਪੂਰਨ ਤਾਂ ਹੀ ਹੋਵੇਗੀ ਜੇ ਦੋਨੇ ਇਕੱਠੇ ਹੋਣਗੇ। ਤਾਂ ਪਰ ਬ੍ਰਾਹਮਣ ਜਿਹੜਾ ਹੈ ਹੁਣ ਇਸ ਨੂੰ ਤੁਰਕ ਜਾਣ ਕੇ ਨੇੜੇ ਨਹੀਂ ਲੱਗਣ ਦਿੰਦਾਗਾ, ਭਾਵੇਂ ਉਹਨਾਂ ਨੇ ਧੱਕੇ ਨਾਲ ਇਹਨਾਂ ਦੋਹਾਂ ਦਾ ਵਿਆਹ ਕਰ ਦਿੱਤਾ ਹੈ। ਬੁੱਧ ਬਲ ਤੇ ਕਰ ਬਿਬਦੂ ਪਾਇਆ ਤਿਸੀ ਬ੍ਰਿਪਸੋ ਵਿਆਹ ਕਰਾਇਆ। ਇਸ ਤਰ੍ਹਾਂ ਉਸ ਲੜਕੀ ਦਾ ਵਿਆਹ ਹੋ ਗਿਆ ਜੀ। ਤਿਜ ਬਰ ਕੇ ਰਤ ਦੁਜਤਾਏ ਮੈਥੁਨ ਕਰੇ ਧਰਮ ਬਿਨਸਾਏ। ਹੁਣ ਇਹ ਦੁਚਿੱਤੀ ਵਿੱਚ ਫਸ ਗਿਆ ਵੀ ਮੈਂ ਹਿੰਦੂ ਧਰਮ ਦਾ ਬ੍ਰਾਹਮਣ ਤੇ ਇਹ ਮੁਸਲਮਾਨ, ਜੇ ਮੈਂ ਇਹਦੇ ਨਾਲ ਸੰਬੰਧ ਬਣਾਉਂਦਾ ਹਾਂ, ਇਸ ਤੋਂ ਆਪਣਾ ਬੱਚਾ ਪੈਦਾ ਕਰਦਾ ਹਾਂ, ਤਾਂ ਮੇਰਾ ਜਿਹੜਾ ਧਰਮ ਹੈ ਉਹ ਖਤਮ ਹੁੰਦਾ ਹੈ, ਮੇਰੀ ਤਪੱਸਿਆ ਖਤਮ ਹੁੰਦੀ ਹੈ। ਬਾਜੂ ਜਾਏ ਨਾ ਕਿਸੂ ਦੇਸ਼ ਇਨੋ ਗੁਮਤਾ ਥਾਨ ਅਸ਼ੀਸ਼। ਹੁਣ ਮੁਸਲਮਾਨਾਂ ਦਾ ਰਾਜ ਹੈ, ਭੱਜ ਕੇ ਜਾਊਂਗਾ ਵੀ ਕਿੱਥੇ, ਗਮਤਾ ਹੁੰਦੀ ਹੈ ਪਹੁੰਚ, ਇਹਨਾਂ ਦੀ ਸਾਰੇ ਦੇਸ਼ ਵਿੱਚ ਪਹੁੰਚ ਹੈ।
ਮੈਂ ਕਿੱਥੇ ਭੱਜ ਕੇ ਜਾਵਾਂਗਾ ਹੁਣ। ਰਹਿਓ ਵਿਚਾਰਤ ਬਸ ਨਾ ਬਸਾਇਓ, ਪਕਰ ਮਲੇਸ਼ਨ ਸਦਨ ਸੁਭਾਇਓ। ਤੋ ਇੱਕ ਦਿਨ ਇਹਦੇ ਸਹੁਰਿਆਂ ਨੇ, ਭਾਵ ਉਹ ਲੜਕੀ ਦੇ ਪਿਤਾ ਨੇ, ਇਹਨਾਂ ਨੂੰ ਆਪਣੇ ਪਿੰਡ ਸੱਦਿਆ ਔਰ ਇਹਨਾਂ ਨੂੰ ਇੱਕ ਕਮਰਾ ਦੇਣਾ ਕੀਤਾ ਹੈ ਜੀ। ਦੁਬਾਰਿਕ ਵਾਰ ਅਸੰਜਤ ਕਰੇ, ਨਿਸਾ ਬਿਠੀ ਬਾਸੋ ਕਰ ਥਿਰੇ। ਔਰ ਕਹਿੰਦੇ ਇਹਨਾਂ ਨੇ ਜਿਸ ਵੇਲੇ ਉਹ ਕਮਰਾ ਇਹਨਾਂ ਨੂੰ ਰਾਤ ਨੂੰ ਦਿੱਤਾ ਗਿਆ ਤੇ ਇਸ ਨੇ ਕੀ ਕੀਤਾ, ਇਸ ਬਿਦ ਦਿਜ ਬੇਬਸ ਪਾ ਜਬੈ, ਵੇਦ ਮੰਤਰ ਕੋ ਪਠ ਕਰ ਤਬੈ। ਇਹਨੇ ਮੰਤਰਾਂ ਦੀ ਸਿੱਧੀ ਕੀਤੀ ਹੋਈ ਸੀ ਤੇ ਇਸ ਨੇ ਆਪਣੇ ਮੰਤਰ ਪੜ੍ਹ ਕੇ ਆਪਣੇ ਦੁਆਲੇ ਕਵਰ ਕਰ ਲਿਆ। ਜਿਹੜੀ ਕੱਲ ਆਪਾਂ ਗੱਲ ਕਰਦੇ ਸੀਗੇ ਬਈ ਉਹ ਬ੍ਰਾਹਮਣ ਜਿਹੜਾ ਸੀਗਾ ਵੇਦਾਂ ਦੇ ਮੰਤਰ ਪੜ੍ਹ ਲੈਂਦਾ ਤੇ ਉਹਦੇ 4 ਚੁਫੇਰੇ ਰਾਤ ਨੂੰ ਕੰਧ ਹੋ ਜਾਂਦੀ। ਕਹੋ ਸਤਨਾਮ। ਇਸ ਤਰ੍ਹਾਂ ਉਸ ਨੇ ਐਸਾ ਹੀ ਕੀਤਾ, ਵੇਦਾਂ ਦੇ ਮੰਤਰਾਂ ਨੂੰ ਪੜ੍ਹ ਕਰਕੇ ਉਸ ਲੜਕੀ ਤੋਂ ਆਪਣੀ ਰੱਖਿਆ ਕਰ ਲਈ। ਕੋਟ ਲੋਕੋ 14 ਰਚਿਓ, ਤਿਸੇ ਅੰਤਰ ਥਿਰ ਹੈਵ ਕਰ ਬਚਿਓ। ਔਰ ਇਸ ਤਰ੍ਹਾਂ ਮਾਨੋ ਇਹਦੇ ਦੁਆਲੇ ਲੋਹੇ ਦਾ ਕਿਲਾ ਬਣ ਗਿਆ, ਕੋਟ ਬਣ ਗਿਆ ਤੇ ਉਸ ਲੜਕੀ ਤੋਂ ਬਚਦਾ ਰਿਹਾ ਜੀ। ਤਬ ਅਜਮੇਰ ਸੁਤਾਬ ਲੋਕ, ਲੋ ਦੁਰਗ ਤੇ 14 ਰੋਕ। ਜਦੋਂ ਇਹ ਲੜਕੀ ਉਸ ਘਰ ਵੱਲ ਚੱਲੀ, ਉਸ ਕਮਰੇ ਵੱਲ ਚੱਲੀ ਤੇ ਕੀ ਵੇਖਦੀ ਹੈ, ਉਹਦੇ ਕਿਤੇ ਗੇਟ ਨਹੀਂ ਹੈ, 4 ਚੁਫੇਰੇ ਲੋਹੇ ਦੀ ਕੰਧ ਹੈ। ਕਛਨਾ ਜਤਨ ਚਲਿਓ ਬਿਤਰਾਤੇ, ਖੋਲ ਕੇ ਬਾਰ ਦੇ ਪਿਖ ਪ੍ਰਾਤੇ। ਔਰ ਇਹਦਾ ਕੋਈ ਜ਼ੋਰ ਨਹੀਂ ਚੱਲਿਆ, ਇਸ ਤੋਂ ਉਸ ਕਿਲੇ ਵਿੱਚ ਪ੍ਰਵੇਸ਼ ਨਾ ਕੀਤਾ ਗਿਆ ਜੀ। ਬਾਹਰ ਜਾਮਣੀ ਪ੍ਰਾਪਤ ਜਬੈ, ਘਰ ਮੇ ਰੋਕ ਦਿਓ ਦਿਜ ਦਬੈ। ਔਰ ਗੁਰੂ ਪਿਆਰਿਓ ਜਦੋਂ ਜਾਮਨੀ ਫੇਰ ਆਈ ਦੂਸਰੀ, ਤੇਰੇ ਅੰਤਰ ਸੁਪਤਨ ਕੇ ਕਾਲ, ਪਠੇ ਅੰਤਰ ਆਕੋਟ ਵਿਸਾਲ। ਤੇ ਜਦੋਂ ਵੀ ਰਾਤ ਪੈਂਦੀ ਤੇ ਇਹ ਬ੍ਰਾਹਮਣ ਆਪਣੇ ਮੰਤਰ ਪੜ੍ਹ ਕੇ ਆਪਣੀ ਰੱਖਿਆ ਕਰ ਲੈਂਦਾ ਹੈ। ਤੇਰੀ ਚਿੰਤਾ ਸੁਪਤੇ ਸੁਖ ਪਾਵੈ, ਭਈ ਕੋਰ ਬਾਹਰ ਨਿਕਸਾਵੈ। ਔਰ ਰਾਤ ਨੂੰ ਇਸ ਤਰ੍ਹਾਂ ਮੰਤਰਾਂ ਦੀ ਸ਼ਕਤੀ ਨਾਲ ਵੱਜ ਜਾਂਦਾ, ਦਿਨ ਚੜ੍ਹਦਾ ਤੇ ਉਹ ਕੋਟ ਕੰਧ ਜਿਹੜੀ ਹੈ ਖਤਮ ਹੋ ਜਾਂਦੀ ਹੈ ਤੇ ਬਾਹਰ ਨਿਕਲ ਆਉਂਦਾ। ਕੇਤਕ ਬਾਸਰ ਇਸ ਬਿਦ ਕੀਨਾ, ਨਰ ਨਾਰੀ ਸਭੋਂ ਸੁਨ ਲੀਨਾ। ਹੌਲੀ ਹੌਲੀ ਇਹ ਗੱਲ ਫੈਲ ਗਈ ਕਿ ਇਸ ਪੰਡਤ ਨੇ ਕੋਈ ਮੰਤਰ ਸਿੱਖੇ ਹੋਏ ਨੇ ਤੇ ਆਪਣੀ ਰੱਖਿਆ ਕਰ ਲੈਂਦਾ ਹੈ। ਇਹ ਗੱਲ ਅਜਮੇਰ ਸ਼ਾਹ ਰਾਜੇ ਕੋਲ ਪਹੁੰਚ ਗਈ। ਰਾਜੇ ਨੇ ਵਜ਼ੀਰਾਂ ਨਾਲ ਸਲਾਹ ਕੀਤੀ ਤੇ ਵਜ਼ੀਰ ਕੀ ਸਲਾਹ ਦਿੰਦੇ ਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਜਿਸ ਤਰ੍ਹਾਂ ਗੁਰੂ ਪਿਆਰਿਓ ਇਹ ਕਿਲਾ ਬਣਾਉਂਦਾ, ਕੋਟ ਬਣਾਉਂਦਾ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਤੇ ਉਸ ਦੀ ਤਪੱਸਿਆ ਨੂੰ ਇਹ ਅਜਮੇਰ ਸ਼ਾਹ ਰਾਜਾ ਜਿਹੜਾ ਅਜਮੇਰ ਦਾ ਰਾਜਸਥਾਨ ਦੇ ਵਿੱਚ ਕਿਵੇਂ ਭੰਗ ਕਰਦਾ ਹੈ। ਵਿਚਾਰਾਂ ਇੱਥੇ ਰੁਕਦੇ ਆ, ਬੋਲਦੇ ਆ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व मैं पंजन गुणदास। हे संगी हे निरंकार हे निर्गुण सब टेक, हे गोविंद हे गुण निधान जाके सदा विवेक। हे अपरंपर हर हरे पे हो बनहार, हे संत कै सदा संग दारा आधार। हे ठाकुर हूँ दासरो मैं निर्गुण गुण नहीं कोई, नानक दीजै नाम दान कोई परोए। आए प्रभ शरणागति कृपा निध दयाल, एक अखर हर मन बसत नानक होत निहाल। एक ओंकारा सतगुरु प्रसाद सच हुए, वाहिगुरु जी की फतेह है। विघ्न विनाशन सोए, वाहिगुरु जी की फतेह है। विघ्न विनाशन सोए। वाहिगुरु जी का खालसा, वाहिगुरु जी की फतेह।